वाहिगुरु जी का खालसा वाहिगुरु जी की फतेह। बाबा जसविंदर सिंह जी वालियां वाले जिन्हां ने संगतां नाल कीर्तन राही गुरमत विचारां दी सांझ पाई अते खालसा साजन दिवस अते आस दीआं विचारां पाईआं, उन्हां दा बहुत बहुत धन्नवाद। प्रबंधक कमेटी वालों, नगर पंचायत वालों, दास वालों, सारियां ही संगतां वालों बाबा जी का जियो आया, जियो आया। तुद आगे अरदास हमारी, जियो पिंड सब तेरा। कहो नानक सब तेरी वड्याई, कोई नाओ ना जाने मेरा। गुर सिखा मन वधाइयां, जिनी मेरा सतगुरु डिठा राम राजे। कोई कर गल सुनावे हर नाम की, सो लगे गुर सिखा मन मिठा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। वाहिगुरु वाहिगुरु जपदा, धन ओ मुखड़ा, धन ओ मुखड़ा। धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। वाहिगुरु वाहिगुरु जपदा, धन ओ मुखड़ा, धन ओ मुखड़ा। वाहिगुरु जपदा, धन ओ मुखड़ा, धन ओ मुखड़ा। वाहिगुरु वाहिगुरु जपदा, धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। जेड़ा वाहिगुरु वाहिगुरु जपदा, धन ओ मुखड़ा, धन ओ मुखड़ा। धन श्री गुरु ग्रंथ साहिब जी, सज्जन सच्चा पातशाहो, सिर शाहां दै साहो। जिस पास बैठिया सोहीए, सबना दा वेसाहो। सज्जन सच्चा पातशाहो, धन श्री गुरु ग्रंथ साहिब जी। कृपा करो दीन के दाते, मेरा गुण अवगुण ना विचारो कोई। माटी का क्या तो पै स्वामी, मानस की गत एही। बलिहारी गुर अपने, द्योहाड़ी सदवार। जिन मानस ते देवते किए, करत न लागी बार। ऐसे अंगुरा तो पाई बाल बाल जाइए। ऐसे अंगुरा तो पाई बाल बाल जाइए। ऐसे अंगुरा तो पाई बाल बाल जाइए। ऐसे आगुरा तो पाई बल बल जाइए। ऐसे आगुरा तो पाई बल बल जाइए।
ਐਸਿਆ ਗੁਰਾਂ ਤੋਂ ਪਾਈ ਬਲ ਬਲ ਜਾਈਏ। ਐਸਿਆਂ ਗੁਰਾਂ ਤੋਂ ਪਾਈ ਬਲ ਬਲ ਜਾਈਏ। ਐਸਿਆਂ ਗੁਰਾਂ ਤੋਂ ਪਾਈ ਬਲ ਬਲ ਜਾਈਏ। ਐਸਿਆ 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 ਗੁਰਾਂ ਤੋਂ ਪਾਈ ਬਲ ਬਲ ਜਾਈਏ। ਬਲਿਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ। ਕਰਤ ਨ ਲਾਗੀ ਵਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਈਏ। ਪਿਆਰ ਸਤਿਕਾਰ ਔਰ ਸ਼ਰਧਾ ਦੇ ਨਾਲ ਸਭ ਮਾਈ ਭਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਮੋਗਾ ਜ਼ਿਲ੍ਹੇ ਦਾ ਨਗਰ ਸੁਖਾਨੰਦ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਰਲ ਮਿਲ ਕਰਕੇ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਹ ਜਗ੍ਹਾ, ਇਹ ਅਸਥਾਨ, ਇਹ ਗੁਰੂ ਘਰ, ਇੱਥੋਂ ਦੇ ਵਾਸੀ ਮਾਈ ਭਾਈ ਸੰਗਤ ਧੰਤਾ ਦੇ ਯੋਗ ਹੋ, ਕਿਉਂਕਿ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇਸ ਜਗ੍ਹਾ ਤੇ ਚਰਨ ਪਾ ਕੇ ਆਪਣੇ ਨਗਰ ਨੂੰ, ਇੱਥੋਂ ਦੇ ਵਾਸੀਆਂ ਨੂੰ, ਇਸ ਜਗ੍ਹਾ ਨੂੰ ਪੂਜਣ ਯੋਗ ਬਣਾ ਗਏ ਗੁਰਮੁਖ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਤੇ ਵੱਡੀ ਖੁਸ਼ੀ ਆਪਣੇ ਵਾਸਤੇ ਵਿਸਾਖੀ ਦਾ ਵੀ ਸ਼ੁਭ ਦਿਹਾੜਾ ਹੈ। ਆਪਾਂ ਜਿੰਨਾ ਕੁ ਸਮਾਂ ਸਤਿਗੁਰ ਕਿਰਪਾ ਕਰਦੇ ਹੈ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਬੈਠ ਕਰਕੇ ਹਾਜ਼ਰੀ ਭਰਨੀ ਹੈ। ਸਾਧ ਸੰਗਤ ਜੀ, ਅੱਜ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਸੀ। ਸੋ ਵੱਡੇ ਭਾਗਾਂ ਵਾਲੇ ਹੋ ਤੁਸੀਂ ਵੀ ਤੇ ਅਸੀਂ ਵੀ ਵੱਡੇ ਭਾਗੇ ਹਾਂ ਜੋ ਆਪਾਂ ਨੂੰ ਗੁਰੂ ਮਹਾਰਾਜ ਦੀ ਚਰਨ ਛੋਹ ਪਵਿੱਤਰ ਧਰਤੀ ਗੁਰੂ ਘਰ ਦੇ ਵਿੱਚ ਰਲ ਮਿਲ ਕਰਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਗੁਰਬਾਣੀ ਦਾ ਫਰਮਾਨ ਹੈ, ਜਿੱਥਾ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। 450 ਅੰਗ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਲਿਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ। ਉਹ ਕਹਿੰਦੇ, ਭਾਈ ਜਿੱਥੇ ਮੇਰੇ ਸੱਚੇ ਗੁਰੂ ਜੀ ਸੱਚੇ ਪਾਤਸ਼ਾਹ ਜਾ ਕੇ ਚਰਨ ਪਾ ਦੇਣ ਜਾਂ ਕੁਝ ਸਮਾਂ ਬੈਠ ਜਾਣ, ਉਹ ਥਾਂ ਕਿਹੋ ਜਿਹੀ ਵੀ ਹੋਵੇ, ਉਹ ਥਾਂ ਸੋਹਣੀ ਲੱਗਦੀ ਹੈ ਤੇ ਭਾਗਾਂ ਭਰੀ ਹੋ ਜਾਂਦੀ ਹੈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿਹੜੇ ਗੁਰੂ ਦੇ ਸਿੱਖ ਹਨ ਫਿਰ ਉਸ ਸਥਾਨ ਨੂੰ ਲੱਭਦੇ ਐ, ਭਾਲਦੇ ਐ ਤੇ ਉਸ ਜਗ੍ਹਾ ਦੀ ਜਿੱਥੇ ਸਤਿਗੁਰ ਦੇ ਚਰਨ ਪਏ ਹੁੰਦੇ ਐ ਉਹਦੀ ਚਰਨ ਧੂੜ ਲੈ ਕੇ ਮੱਥੇ ਨੂੰ ਲਾਉਂਦੇ ਐ। ਇੱਥੇ ਵੀ ਜਦੋਂ ਆਓ
ਸ਼ਰਧਾ ਨਾਲ ਦੋਵੇਂ ਪੈਰ ਦੋਵੇਂ ਗੋਡੇ ਹੱਥ ਨੱਕ ਮੱਥਾ ਥੱਲੇ ਧਰਤੀ ਤੇ ਲਾ ਕੇ ਚੰਗੀ ਤਰ੍ਹਾਂ ਨਮਸਕਾਰ ਕਰਨੀ ਚਾਹੀਦੀ ਹੈ। ਇਹਨੂੰ ਕਹਿੰਦੇ ਆ ਡੰਡੌਤ ਬੰਦਨ, ਜਦੋਂ 8 ਅੰਗ ਸਰੀਰ ਦੇ ਧਰਤੀ ਨੂੰ ਲੱਗਦੇ ਕਿ ਮੇਰੇ ਸਤਿਗੁਰੂ ਔਰ ਗੁਰੂ ਕੀਆਂ ਸੰਗਤਾਂ ਦੀ ਚਰਨ ਧੂੜ ਮੱਥੇ ਨੂੰ ਲੱਗ ਜੇ। ਜਦੋਂ ਇਹ ਗੁਰੂ ਸਾਹਿਬ ਦੀ ਤੇ ਸੰਗਤ ਦੀ ਚਰਨ ਧੂੜ ਮਸਤਕ ਨੂੰ ਲੱਗਦੀ ਹੈ, ਇਹਦੇ ਨਾਲ ਪਿਆਰਿਓ ਸਾਡੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹੈ। ਜਿਵੇਂ ਮੋਹਰ ਹੈ ਨਾ, ਮੋਹਰ ਦੇ ਜੇ ਅੱਖਰ ਤੁਸੀਂ ਪੜ੍ਹਨੇ ਚਾਹੋ ਪੜ੍ਹ ਨਹੀਂ ਸਕਦੇ, ਕਿਉਂ ਪੁੱਠੇ ਲਿਖੇ ਹੁੰਦੇ ਹੈ। ਪਰ ਜਦੋਂ ਉਹਨੂੰ ਸਾਈ ਚ ਲਵੇੜ ਕੇ ਕਾਗਜ਼ ਤੇ ਲਾਈਦਾ, ਉਹ ਪੁੱਠੇ ਲੇਖ ਅੱਖਰ ਜਿਹੜੇ ਲਿਖੇ ਹੁੰਦੇ ਹੈ ਉਹ ਵੀ ਸਿੱਧੇ ਪੜ੍ਹ ਜਾਂਦੇ ਆ, ਸੌਖੇ ਪੜ੍ਹ ਲੈਂਦੇ ਆਪਾਂ। ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰ ਅਸਥਾਨ ਦੀ ਚਰਨ ਧੂੜ ਲੈ ਕੇ ਮਸਤਕ ਨੂੰ ਲਾਉਂਦੇ ਐ। ਜਿਹੜੇ ਇਹ ਕਾਰਜ ਕਰਨਗੇ, ਪਾਤਸ਼ਾਹ ਕਹਿੰਦੇ ਗੁਰਸਿੱਖਾਂ ਕੀ ਘਾਲ ਥਾਏ ਪਈ। ਦੇਖੋ ਆਪਾਂ ਕਮਾਈ ਕਰਦੇ ਆਂ, ਸਾਡਾ ਘਰ ਬਣ ਜੇ, ਬੱਚੇ ਪੜ੍ਹ ਲਿਖ ਜਾਣ, ਸਾਡਾ ਜੀਵਨ ਸੌਖਾ ਲੰਘ ਜੇ। ਕਈ ਕਮਾਈ ਤਾਂ ਕਰਦੇ ਆ, ਪਰ ਜੋ ਚਾਹੁੰਦੇ ਹੁੰਦੇ ਆ ਉਹ ਹੁੰਦਾ ਫੇਰ ਨਹੀਂ ਗੁਰਮੁਖ। ਨਾ ਬਰਕਤਾਂ ਪੈਣ, ਨਾ ਘਰ 'ਚ ਸੁੱਖ, ਨਾ ਬੱਚੇ ਕਹਿਣੇ 'ਚ ਰਹਿਣ, ਉਲਟ ਹੋ ਜਾਂਦਾ ਕੰਮ। ਪਰ ਕਈ ਉਹ ਹੁੰਦੇ ਆ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੁੰਦੀ ਹੈ, ਗੁਰੂ ਮਹਾਰਾਜ ਦੀ ਚਰਨ ਧੂੜ ਮਸਤਕ ਨੂੰ ਲਾਉਣ ਤੇ ਨਾਲ ਨਾਲ ਪੜਨ ਬਾਣੀ ਗੁਰਮੁਖੋ। ਕਿਉਂਕਿ ਜਗ੍ਹਾ ਦਾ ਦਿਨ ਦਾ ਹੁੰਦਾ ਬਹਾਨਾ, ਜੁੜਨਾ ਤਾਂ ਆਪਾਂ ਬਾਣੀ ਨਾਲ ਆ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਗੁਰੂ ਚਰਨਾਂ ਵਿੱਚ ਵੀ ਆਈਏ ਤੇ ਗੁਰਬਾਣੀ ਨਾਲ ਜੁੜੀਏ। ਜਿਹੜੇ ਜਿਹੜੇ ਇਹ ਕਾਰਜ ਕਰਨਗੇ, ਮਹਾਰਾਜ ਕਹਿੰਦੇ ਉਹਨਾਂ ਦੀ ਕਿਰਤ ਕਮਾਈ ਕੀਤੀ ਹੋਈ ਮਿਹਨਤ ਸਫਲ ਹੋ ਜੂਗੀ। ਜਿਵੇਂ ਸਧਨਾ ਕਸਾਈ ਸੀ, ਵੱਢਦਾ ਤਾਂ ਬੱਕਰੇ ਸੀ ਤੇ ਉਹਨਾਂ ਨੂੰ ਕੌਣ ਚੰਗਾ ਸਮਝਦਾ ਸੀ, ਪਰ ਉਹ ਬਾਣੀ ਨਾਲ ਜੁੜ ਗਏ, ਸਿਮਰਨ ਨਾਲ ਜੁੜ ਗਏ। ਅੱਜ ਦੇਖ ਲਓ ਮੱਥੇ ਰੋਜ਼ ਟਿਕਦੇ ਆ ਗੁਰਮੁਖ। ਅੰਮ੍ਰਿਤਸਰ ਜਾਓ ਉੱਥੇ ਵੀ ਬੈਠੇ ਆ, ਹਜੂਰ ਸਾਹਿਬ ਜਾਓ ਉੱਥੇ ਵੀ ਬੈਠੇ ਆ। ਗੁਰੂਆਂ ਦੀ ਪਵਿੱਤਰ ਧਰਤੀ ਤੇ ਉੱਥੇ ਬੱਕਰੇ ਵੱਢਣ ਵਾਲੇ ਬੈਠਣ, ਪਰ ਉਹ ਜੁੜ ਗਏ ਗੁਰਮੁਖੋ। ਜਿੰਨਾ ਚਿਰ ਨਹੀਂ ਸੀ ਪਤਾ ਗੱਲ ਵੱਖਰੀ, ਜਿੱਦੇ ਸਮਝ ਆ ਗਈ ਉਹਦੇ ਐਸੇ ਜੁੜੇ, ਅੱਜ ਤੱਕ ਵੀ ਨਾਲ ਹੀ ਚੱਲਦੇ ਆ। ਆਖੋ ਸਤਨਾਮ ਵਾਹਿਗੁਰੂ। ਆਪਾਂ ਚੱਲਦੇ ਨਹੀਂ ਗੁਰਮੁਖੋ। ਜਿੰਨਾ ਕੁ ਚਿਰ ਸੁੱਖ ਹੈ ਉਹਨਾਂ ਕੁ ਚਿਰ ਤਾਂ ਹਾਂ ਬੜੀ ਮਹਾਰਾਜ ਦੀ ਕਿਰਪਾ ਹੈ। ਜੇ ਕਿਤੇ ਥੋੜੇ ਜਿਹੇ ਦੁੱਖ ਆ ਜਾਣ ਫਿਰ ਕਹਿੰਦੇ ਆ ਰੱਬ ਤਾਂ ਸਾਡਾ ਬੈਰੀਓ ਹੀ ਬਣ ਗਿਆ, ਚਲੋ ਛੱਡੋ ਖਹਿੜਾ। ਜੈ ਜੈਕਾਰ ਉਹਨਾਂ ਦੀ ਹੋਈ ਜਿਹੜੇ ਜੁੜੇ ਰਹੇ ਗੁਰੂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ। ਜਿਨ੍ਹਾਂ ਨੇ ਨਾਮ ਤੇ ਆਇਆ ਉਹਨਾਂ ਦੀ ਕਿਰਤ ਵੀ ਸਫਲ ਪੈ ਗਈ, ਘਾਲਣਾ ਥਾਏ ਪੈ ਗਈ। ਤੇ ਅੱਗੇ ਪਾਤਸ਼ਾਹ ਕਹਿੰਦੇ ਨੇ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ, ਗੁਰਸਿੱਖਾ ਆਹ ਗੱਲ ਯਾਦ ਰੱਖੀ, ਜਿਨ ਨਾਨਕ ਸਤਿਗੁਰ ਪੂਜਿਆ। ਗੁਰੂ ਨਾਨਕ ਆਪ ਨਿਰੰਕਾਰ ਮਨੁੱਖੀ ਰੂਪ ਚ ਆਏ ਸੀ, ਐਸੇ ਆਏ ਅੱਜ ਤੱਕ ਵੀ ਗਏ ਨਹੀਂ। ਉਹੀ ਜੋਤ ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਵਿੱਚ, ਫਿਰ ਗੁਰੂ ਅਮਰਦਾਸ, ਫਿਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ, 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਉਹੀ ਜੋਤ ਆਈ। ਤੇ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਹੈ? ਕਹਿੰਦੇ ਨੇ ਮੇਰਾ ਸਰੀਰ ਗੁਰੂ ਪੰਥ ਵਿੱਚ। ਜਦੋਂ ਖਾਲਸਾ ਸਾਜਿਆ ਨਾ, ਅੰਮ੍ਰਿਤ ਛਕਾਇਆ, ਉਦਾਂ ਹੀ ਕਹਿਤਾ ਸੀ, ਕਹਿੰਦੇ ਅੱਜ ਤੋਂ ਮੈਂ ਤਾਂ ਸੇਵਕ ਹਾਂ। ਪੜ੍ਹਦੇ ਆ ਨਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਅੱਜ ਵਾਲਾ ਦਿਨ ਸੀ ਗੁਰਮੁਖੋ। ਕਹਿੰਦੇ ਮੈਂ ਵੀ ਹੁਣ ਸੇਵਕ ਹਾਂ। ਆ 5 ਪਿਆਰੇ ਗੁਰੂ ਦਾ ਰੂਪ ਨੇ, ਜੋ ਹੁਕਮ ਕਰਨਗੇ ਆਪਾਂ ਮੰਨਣਾ ਹੈ। ਤੇ ਮਾਲਕ ਨੇ ਆਪ ਵੀ ਮੰਨਿਆ ਗੁਰਮੁਖ। ਪਰ ਜਦੋਂ ਪਹੁੰਚੇ ਹਜੂਰ ਸਾਹਿਬ ਦੀ ਪਵਿੱਤਰ ਧਰਤੀ, ਉੱਥੇ ਸਰੀਰ ਛੱਡਣਾ ਸੀ ਗੁਰਮੁਖ। ਤੇ ਮਹਾਰਾਜ ਨੇ ਇਹ ਬਚਨ ਕਰਤਾ, ਕਹਿੰਦੇ ਭਾਈ ਅੱਜ ਤੋਂ ਤੁਹਾਡੇ ਵੀ ਤੇ ਸਾਡੇ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ। 5 ਪਿਆਰੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਚੱਲਦੇ ਗੁਰਮੁਖੋ। ਇਹਦੇ ਚਰਨਾਂ ਚ ਅਰਦਾਸ ਕਰਨਗੇ, ਇਹੀ ਬਾਣੀ ਪੜ੍ਹਨਗੇ।
ਤੇ ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਗੁਰੂ ਨਾਨਕ ਦੀ ਪੂਜਾ ਕਰਨਗੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਗੇ, ਉਹ ਚਾਹੇ ਕੋਈ ਹੈ, ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਕੋਈ ਉੱਚਾ ਨੀਵਾਂ ਹੈ, ਜਿੱਦਾਂ ਦੇ ਮਰਜ਼ੀ ਕਰਮ ਹੈ, ਜਿਹੜੇ ਸਤਿਗੁਰੂ ਦੇ ਮੰਗਰ ਲੱਗ ਜਾਣਗੇ ਪਰਮਾਤਮਾ ਉਹਨਾਂ ਦੀ ਸੰਸਾਰ ਵਿੱਚ ਪੂਜਾ ਕਰਵਾਉਂਦਾ। ਆਖੋ ਸਤਨਾਮ। ਕਈ ਥਾਵਾਂ ਤੇ ਗੁਰਸਿੱਖ ਇਦਾਂ ਦੇ ਐ ਜਿਹੜੇ ਮਾਲਕ ਦੇ ਬਚਨ ਮੰਨ ਕੇ ਗੁਰੂ ਆਸੇ ਅਨੁਸਾਰ ਚੱਲੇ, ਅੱਜ ਉਹਨਾਂ ਦੀ ਵੀ ਪੂਜਾ ਹੈ। ਤੇ ਸਾਧ ਸੰਗਤ ਜੀ ਲਓ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ, ਇਹਦੇ ਬਾਰੇ ਚ ਵਿਚਾਰ ਕਰਾਂਗੇ, ਪਰ ਥੋੜੀ ਜੀ ਬੇਨਤੀ ਸੁਣ ਲਓ। ਅੱਜ ਜਿਵੇਂ ਗੱਲ ਕੀਤੀ ਹੈ ਨਾ ਵੀ ਜਿਹੜੇ ਤਾਂ ਗੁਰੂ ਮਰਿਆਦਾ ਅਨੁਸਾਰ ਚੱਲਣ, ਗੁਰੂ ਕੇ ਸੇਵਕ ਬਣਨ, ਉਹਨਾਂ ਦੀ ਤਾਂ ਹੁੰਦੀ ਹੈ ਪੂਜਾ, ਪਰ ਕੁਝ ਉਹ ਵੀ ਹੁੰਦੇ ਆ ਜਿਹੜੇ ਗੁਰੂ ਦੇ ਨਾਂ ਤੇ ਲੈ ਕੇ ਖਾਂਦੇ ਆ ਪਰ ਗੁਰੂ ਦੇ ਬਣਦੇ ਨਹੀਂ ਗੁਰਮੁਖ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿੰਡ ਆਏ, ਕੁਝ ਸਮਾਂ ਆਰਾਮ ਕੀਤਾ, ਉਦੋਂ ਬਾਅਦ ਇੱਧਰ ਨੂੰ ਗਏ ਨੇ ਗੁਰਮੁਖ ਪਿਆਰਿਓ। ਪਰ ਪਹਿਲਾਂ ਲਧਾਈ ਕੇ ਨਗਰ ਆਏ। ਇੱਥੇ ਐਂ ਦਰਬਾਰ ਸਜਿਆ ਹੋਇਆ, ਇੱਕ ਬਹੁਤ ਵੱਡਾ ਸੱਪ, ਫਨੀਅਰ ਨਾਗ ਕਹਿ ਲੋ, ਲੰਬਾ ਕਾਲਾ ਮੋਟਾ, ਸੰਗਤ ਵੱਲ ਨੂੰ ਆਵੇ। ਗੁਰਸਿੱਖ ਲੱਗੇ ਮੋੜਨ, ਕਈ ਮਾਰਨ ਪੈ ਗਏ। ਪਾਤਸ਼ਾਹ ਕਹਿੰਦੇ ਇਹਨੂੰ ਰੋਕੋ, ਨਾ ਜਾਣ ਦਿਓ। ਜਦੋਂ ਆਇਆ ਸਤਿਗੁਰ ਦੇ ਨੇੜੇ, ਮੇਰੇ ਮਾਲਕ ਨੇ ਆਪਣੇ ਚਰਨ ਦਾ ਅੰਗੂਠਾ ਉਹਦੇ ਸਿਰ ਨੂੰ ਲਾਤਾ, ਸਾਰਾ ਹੀ ਪਾਟ ਗਿਆ ਗੁਰਮੁਖ। ਵਿੱਚ ਪਏ ਹੋਏ ਕੀੜੇ ਮੁਸ਼ਕ ਮਾਰੇ। ਫਿਰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਹੋਇਆ? ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦੇ ਸਮੇਂ ਦਾ ਗੁਰੂ ਬਣ ਕੇ ਬੈਠਾ ਸੀ। ਚੇਲੇ ਚਾਟੜੇ ਪ੍ਰਚਾਰ ਇਹਦਾ ਕਰਦੇ, ਸੰਗਤ ਆਉਂਦੀ ਵੀ ਸਾਡਾ ਭਲਾ ਹੋ ਜੇ, ਚੱਲੀਏ ਫਲਾਣੇ ਬਾਬੇ ਕੋਲੇ, ਮਾਇਆ ਲੈ ਲੈ ਖਾਂਦਾ ਰਿਹਾ, ਸਿਮਰਨ ਕੀਤਾ ਨਹੀਂ। ਦੇਖੋ ਆਪਾਂ ਵੀ ਕਿਤੇ ਨਾ ਕਿਤੇ ਜਾਂਦੇ ਆ, ਜਿਹੜੇ ਤਾਂ ਆਪ ਕਿਸੇ ਦੇ ਬਣੇ ਹੋਣਗੇ ਫਿਰ ਤਾਂ ਸਾਡਾ ਵੀ ਭਲਾ ਹੋ ਜੂ, ਤੇ ਜਿਹੜੇ ਆਪ ਹੀ ਨਹੀਂ ਬਣੇ, ਗੁਰੂ ਤੇ ਭਰੋਸਾ ਹੀ ਨਹੀਂ ਜਿਨ੍ਹਾਂ ਨੂੰ, ਜੇ ਉਹਨਾਂ ਮੰਗਰ ਲੱਗੋਗੇ ਉਹਨਾਂ ਨੇ ਆਪ ਤਾਂ ਡੁੱਬਣਾ ਹੀ ਡੁੱਬਣਾ, ਤੇ ਆਪਾਂ ਨੂੰ ਵੀ ਗੁਰਮੁਖੋ ਵਿੰਗੀਆਂ ਟੇਢੀਆਂ ਜੂਨਾਂ ਚ ਪਾ ਦੇਣਗੇ। ਇਸੇ ਕਰਕੇ ਰੋਜ਼ ਪੁਕਾਰਾਂ ਕਰੀਦੀਆਂ ਵੀ ਭਾਈ ਜੇ ਬਣਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਣ ਜਾਓ। ਆਖੋ ਸਤਨਾਮ। ਇੱਥੇ ਨਾ ਤਾਂ ਹੋਵੇ ਹਾਰ ਤੇ ਨਾਲੇ ਮੁਕਤੀ ਮਿਲੂਗੀ ਗੁਰਮੁਖ। ਪਾਤਸ਼ਾਹ ਕਹਿੰਦੇ ਇਹ ਜਿਹੜਾ ਸੱਪ ਹੈ ਇਹ ਗੁਰੂ ਬਣ ਕੇ ਬੈਠਾ ਸੀ, ਸੰਗਤ ਦਾ ਲੈਲਾ ਖਾਂਦਾ ਰਿਹਾ, ਸਿਮਰਨ ਕੀਤਾ ਨਹੀਂ, ਸਿਰਫ ਮਾਇਆ ਵੱਲ ਬਿਰਤੀ, ਦਿਖਾਵਾ ਬਹੁਤ ਕੀਤਾ ਪਰ ਮਰ ਗਿਆ। ਮਰਨ ਵੇਲੇ ਵੀ ਗੁਰੂ ਨਹੀਂ ਯਾਦ ਆਇਆ, ਮਾਇਆ ਹੀ ਯਾਦ ਆ ਗਈ, ਮਰ ਕੇ ਸੱਪ ਬਣ ਗਿਆ। ਬਹੁਤ ਦੁੱਖ ਭੋਗਦਾ ਸੀ, ਤੇ ਜਿਨ੍ਹਾਂ ਦਾ ਲੈ ਲੈ ਕੇ ਖਾਦਾ ਸੀ, ਐਂ ਕਹਿ ਲੋ ਵੀ ਇਹਦੇ ਚੇਲੇ ਤੇ ਸੇਵਕ ਸੀ ਜਿਹੜੇ, ਉਹ ਹੁਣ ਆਪਣਾ ਫਰਜ਼ ਪੂਰਾ ਕਰਨ ਵਾਸਤੇ ਉਹ ਵੀ ਕੀੜੇ ਮਕੌੜੇ ਬਣ ਕੇ ਇਹਦੇ ਢਿੱਡ 'ਚ ਹੀ ਪੈ ਗਏ। ਕੀੜੇ ਪਏ ਹੋਏ ਸੀ, ਉਹ ਕੱਚੇ ਦੇ ਮੰਗਰ ਲੱਗੇ ਸੀ, ਉਹ ਵੀ ਮੁਕਤ ਨਹੀਂ ਹੋਏ, ਦੁੱਖੀ ਭੋਗਦੇ ਐ। ਹੁਣ ਜਿਨ੍ਹਾਂ ਦਾ ਲੈ ਲੈ ਖਾਦਾ ਸੀ ਉਹ ਕੀੜੇ ਬਣ ਕੇ ਇਹਨੂੰ ਖਾਂਦੇ ਰਹੇ, ਪਰ ਅਜੇ ਵੀ ਸ਼ੁਕਰ ਕਰੋ ਇਹਨੂੰ ਪਤਾ ਲੱਗ ਗਿਆ ਇਹ ਸੰਗਤ ਵਿੱਚ ਆ ਗਿਆ। ਅਸੀਂ ਤਾਂ ਨਹੀਂ ਗੁਰਸਿੱਖਾਂ ਨੂੰ ਮਾਰਨ ਦਿੱਤਾ। ਇਹ ਹੁਣ ਅੰਦਰੋਂ ਅੰਦਰ ਹੀ ਅਰਦਾਸਾਂ ਕਰਦਾ ਸੀ, ਸੱਚੇ ਪਾਤਸ਼ਾਹ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜਿਵੇਂ ਆਪਾਂ ਪੜ੍ਹਿਆ ਨਾ ਪਹਿਲਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਐਂ ਬੇਨਤੀ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਜੇ ਸਾਡੇ ਗੁਣ ਔਗਣ ਵੇਖਣ ਲੱਗੇ ਫਿਰ ਤਾਂ ਭਲਾ ਹੋਣਾ ਹੀ ਨਹੀਂ, ਔਗਣ ਜ਼ਿਆਦੇ ਹੈ, ਆਪੋ ਆਪਣੇ ਮਨਾਂ 'ਚ ਝਾਤੀ ਮਾਰ ਲਿਓ। ਪਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਹੀ ਕਰ ਦਿਓ। ਜਿਵੇਂ ਮਿੱਟੀ ਹੈ ਅਣਤੋਲੀ ਪਈ ਹੈ, ਕਿਹੜਾ ਇਹਨੂੰ ਧੋ ਲੂ, ਕਿਹੜਾ ਇਹਨੂੰ ਸ਼ੁੱਧ ਕਰ ਦੂ। ਐਂ ਸਾਡਾ ਸਰੀਰ ਵੀ ਮਿੱਟੀ ਦੀ ਢੇਰੀ ਹੈ, ਬਸ ਤੁਸੀਂ ਦਇਆ ਹੀ ਕਰ ਦਿਓ, ਤਰਸ ਕਰ ਦਿਓ। ਮਹਾਰਾਜ ਨੇ ਸੱਪ ਦਾ ਵੀ ਉਧਾਰ ਕੀਤਾ ਸੀ, ਤੇ ਗੁਰਸਿੱਖਾਂ ਨੂੰ ਸਮਝਾ ਕੇ ਫੇਰ ਸੱਚੇ ਪਾਤਸ਼ਾਹ ਇੱਥੇ ਆਏ ਸੀ। ਸੋ ਇੱਥੇ ਵੀ ਮਹਾਰਾਜ ਨੇ ਆਰਾਮ ਕੀਤਾ, ਕੁਝ ਸਮਾਂ ਕਈ ਤਰ੍ਹਾਂ ਦੇ ਕੌਤਕ ਵਰਤਾਏ ਨੇ, ਪਰ ਸਮਾਂ ਸੰਭਾਲਦੇ ਹੋਏ ਆਪਾਂ ਅੱਜ ਦੇ ਦਿਨ ਦੇ ਸੰਬੰਧ 'ਚ ਵਿਚਾਰ ਕਰਨੀ ਹੈ। ਜਿਹੜੀ ਵਿਸਾਖੀ ਹੈ ਨਾ ਗੁਰਮੁਖੋ, ਅਸਲ ਵਿੱਚ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਵੇਲੇ ਸ਼ੁਰੂ ਹੋਈ ਸੀ, ਕਿਉਂਕਿ ਮਹਾਰਾਜ ਨੇ ਪ੍ਰਚਾਰਕ ਬਣਾਏ ਸੀ
ਤੇ ਜਿਨ੍ਹਾਂ ਬੀਬੀਆਂ ਨੂੰ ਗੁਰੂ ਘਰ ਤੋਂ ਬਿਨਾਂ ਹੋਰ ਕਿਤੇ ਕੋਈ ਚੱਜ ਦਾ ਅਹੁਦਾ ਨਹੀਂ ਸੀ ਮਿਲਿਆ, ਨਾ ਸਤਿਕਾਰ ਮਿਲਿਆ ਸੀ, ਭੈਣੋ ਖਾਸ ਕਰਕੇ ਧਿਆਨ ਦੇਣਾ ਇਸ ਗੱਲ ਵੱਲ। ਸਤਿਕਾਰ ਨਹੀਂ ਸੀ ਦਿੱਤਾ ਜਾਂਦਾ, ਧਰਮ ਸਥਾਨਾਂ ਤੇ ਵੜਨ ਦੀ ਵੀ ਮਨਾਹੀ ਸੀ। ਪਰ ਮੇਰੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਭਾਈਆਂ ਨੂੰ ਵੀ ਪ੍ਰਚਾਰਕ ਬਣਾਇਆ ਤੇ ਸਿਆਣੀਆਂ ਜਿਹੜੀਆਂ ਸਮਝਦਾਰ ਮਾਈਆਂ ਸੀ ਉਹਨਾਂ ਨੂੰ ਵੀ ਅਹੁਦੇ ਬਖਸ਼ੇ, ਜਿਹਨੂੰ ਕਿਹਾ ਜਾਂਦਾ ਸੀ ਪੀੜਾ ਬਖਸ਼ਿਆ ਗਿਆ ਕਿ ਬੀਬੀਓ ਤੁਸੀਂ ਵੀ ਗੁਰੂ ਨਾਨਕ ਦੇ ਘਰ ਵਿੱਚ ਉਨਾ ਹੀ ਬਰਾਬਰ ਦਾ ਹੱਕ ਰੱਖਦੀਆਂ ਜਿੰਨਾ ਭਾਈ ਰੱਖਦੇ ਆ। ਜੇ ਕਿਹਾ ਨਾ ਵੀ ਸੋ ਕਿਉ ਮੰਦਾ ਆਖੀ ਹੈ ਜਿਤ ਜੰਮਹਿ ਰਾਜਾਨ, ਕੱਲਾ ਕਹਿ ਕੇ ਹੀ ਨਹੀਂ ਸਾਰਿਆ। ਗੁਰਸਿੱਖਾਂ ਨੂੰ ਵੀ ਪ੍ਰਚਾਰਕ ਬਣਾਇਆ ਤੇ ਬੀਬੀਆਂ ਨੂੰ ਵੀ ਪ੍ਰਚਾਰ ਕਰਨ ਵਾਸਤੇ ਮਹਾਰਾਜ ਨੇ ਅਹੁਦੇ ਬਖਸ਼ੇ ਗੁਰੂ। ਸੋ ਉਦੋਂ ਫਿਰ ਇਹ ਵੀ ਕਿਹਾ ਸੀ ਕਿ ਭਾਈ ਗੁਰੂ ਘਰ ਦਾ ਜਿਹੜਾ ਵੀ ਅਸੂਲ ਨਵਾਂ ਬਣਦਾ ਹੈ, ਕਿਉਂ ਸਮੇਂ-ਸਮੇਂ ਤੇ ਲੋੜ ਪੈਂਦੀ ਗਈ, ਕਾਨੂੰਨ ਬਣਦੇ ਗਏ, ਤੇ ਮਹਾਰਾਜ ਕਹਿੰਦੇ ਭਾਈ ਸਾਲ ਬਾਅਦ ਇੱਕ ਦਿਨ ਮੁੱਖ ਸਥਾਨ ਤੇ ਇਕੱਠੇ ਹੋਇਆ ਕਰੋ। ਗੁਰੂ ਘਰ ਦੇ ਅਸੂਲ ਦਾ ਤੁਹਾਨੂੰ ਲੱਗ ਸਕੇ ਪਤਾ ਤੇ ਉਹਦੇ ਮੁਤਾਬਕ ਉਹੇ ਜਾਂ ਫਿਰ ਅੱਗੇ ਜਾ ਕੇ ਪ੍ਰਚਾਰ ਕੀਤਾ ਜਾ ਸਕੇ। ਸੋ ਉਦੋਂ ਤੋਂ ਵਿਸਾਖੀ ਚੱਲਦੀ ਆਈ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਗੁਰੂ ਤੇਗ ਬਹਾਦਰ ਜੀ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਕੌਤਕ ਵਰਤਾਉਂਦੇ ਰਹੇ। ਪਰ ਜਦੋਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ, ਉਹਨਾਂ ਨੇ ਗੁਰਮੁਖ ਪਿਆਰਿਓ ਇੱਕ ਵੱਖਰਾ ਕਾਰਜ ਕੀਤਾ ਹੈ, ਜਿਹਦੇ ਕਰਕੇ ਵਿਸਾਖੀ ਨੂੰ ਸਾਰੇ ਸੰਸਾਰ ਵਿੱਚ ਪੂਜਣਯੋਗ ਬਣਾਤਾ ਗੁਰੂ। ਕਾਰਨ ਕੀ ਕੀਤਾ? ਇਸ ਦਿਨ ਮੇਰੇ ਸੱਚੇ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ। ਆਖੋ ਸਤਨਾਮ ਵਾਹਿਗੁਰੂ। ਇਹ ਜਿਹੜਾ ਖਾਲਸਾ ਸ਼ਬਦ ਹੈ ਨਾ, ਇਹਦਾ ਮਤਲਬ ਹੈ ਵੱਖਰਾ, ਪਿਓਰ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਗੁਰੂ। ਤੇ ਕੋਈ ਬਾਹਰੋਂ ਨਹੀਂ ਸੀ ਲਿਆਂਦਾ। ਸ਼ਬਦ ਤਾਂ ਕਬੀਰ ਸਾਹਿਬ ਵੀ ਕਹਿ ਕੇ ਗਏ ਹੈ, ਕਹੋ ਕਬੀਰ ਜਨ ਭਏ ਖਾਲਸੇ, ਵੀ ਜਿਹੜੇ ਰੱਬ ਦੇ ਪਿਆਰੇ ਗੁਰਸਿੱਖ ਹੈ ਨਾ ਉਹ ਖਾਲਸੇ ਹੈ, ਮਤਲਬ ਪਿਓਰ ਹੈ। ਉਹ ਦੁਨੀਆ ਦੇ ਦੋਗਲੇ ਜੇ ਕੰਮ ਨਹੀਂ ਕਰਦੇ ਹੁੰਦੇ ਗੁਰੂ। ਜਿਵੇਂ ਕਹਿੰਦੇ ਆ ਨਾ ਵੀ ਫਲਾਣਾ 2 ਨੰਬਰ ਦਾ ਧੰਦਾ ਕਰਦਾ ਜੀ, ਬੜੀ ਕਮਾਈ ਕਰ ਗਿਆ, ਚੱਲ ਥੋੜਾ ਬਹੁਤ ਆਪਾਂ ਵੀ ਕਰ ਲਓ, ਇਦਾਂ ਨਹੀਂ। ਉਹ ਫਿਰ ਵੱਖਰੇ ਰਹਿਣਾ ਗੁਰਮੁਖ। ਤੇ ਇਹ ਮਰਿਆਦਾ ਗੁਰੂ ਨਾਨਕ ਵੇਲੇ ਸ਼ੁਰੂ ਹੋ ਗਈ ਸੀ। ਪਤਾ ਤੁਹਾਨੂੰ ਜਿਹੜੇ ਬਚਨ ਪੜ੍ਹਦੇ ਆ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਦੋਂ ਜੰਗ ਯੁੱਧ ਹੁੰਦੇ ਉਦੋਂ ਪੜਿਆ ਜਾਂਦਾ ਸੀ, ਪਰ ਗੁਰੂ ਨਾਨਕ ਨੇ ਤਾਂ ਕੋਈ ਯੁੱਧ ਨਹੀਂ ਨਾ ਕੀਤਾ। ਬਾਬਾ ਜੀ ਬੈਠੇ ਐ, ਇਹ ਤਾਂ 12 ਤੇ ਵਧੇਕ ਵਿੱਚ ਬਾਣੀ ਗੁਰੂ ਨਾਨਕ ਪਾਤਸ਼ਾਹ ਹੀ ਲਿਖ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਨੇ ਭਾਈ ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਂਟ ਚੜਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ।
ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਕਹਿੰਦੇ ਜੇ ਤੈਨੂੰ ਮਾਲਕ ਨਾਲ ਪ੍ਰੇਮ ਹੈ ਫਿਰ ਤਲੀ ਤੇ ਸਿਰ ਧਰ ਕੇ ਆ। ਮਤਲਬ ਇਹ ਕਿ ਹੁਣ ਮੇਰੀ ਮੱਤ ਨਹੀਂ ਕੰਮ ਕਰਦੀ, ਜੋ ਮੇਰੇ ਗੁਰੂ ਸਾਹਿਬ ਕਹਿਣਗੇ ਮੈਂ ਉਹ ਕਰਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਇਹ ਸੱਚੀਓ ਹੀ ਮੰਨ ਲਈਏ ਨਾ, ਮਹਾਰਾਜ ਨੇ ਜਨਮ ਤੋਂ ਲੈ ਕੇ ਮੌਤ ਤੋਂ ਬਾਅਦ ਤੱਕ ਦਾ ਵੀ ਦੱਸਤਾ ਵੀ ਕੀ ਕਰਨਾ ਕੀ ਨਹੀਂ ਕਰਨਾ। ਹਰ ਗੱਲ ਦੱਸੀ। ਜੇ ਆਪ ਨੂੰ ਨਾ ਔੜੇ ਤਾਂ ਗੁਰਬਾਣੀ ਪੜ੍ਹ ਕੇ ਸੇਧ ਲੈ ਲੈਣੀ ਚਾਹੀਦੀ ਹੈ, ਸਫਲ ਹੋ ਜੂ ਜ਼ਿੰਦਗੀ। ਤੇ ਪਿਆਰਿਓ, ਵਿਸਾਖੀ ਦਾ ਦਿਹਾੜਾ ਹੈ। ਸੰਗਤਾਂ ਉਪਦੇਸ਼ ਲੈਣ ਆਉਂਦੀਆਂ। ਅੱਗੇ ਕਿਹੜੇ ਮਹੀਨੇ 'ਚ ਕੀ ਕਰਨਾ ਹੁੰਦਾ ਪਤਾ ਨਹੀਂ ਸੀ ਹੁੰਦਾ, ਕਿਉਂ ਲੋਕ ਅਨਪੜ੍ਹ ਹੁੰਦੇ ਸੀ। ਹੁਣ ਤਾਂ ਸਮਝ ਆ ਗਈ, ਵਿਦਿਆ ਬਹੁਤ ਹੈ, ਤਰੱਕੀ ਕਰ ਗਿਆ ਸੰਸਾਰ। ਲਓ ਵਿਸਾਖ ਦੇ ਮਹੀਨੇ ਦੀ ਸੁਣ ਲਓ ਮਹਾਰਾਜ ਕੀ ਕਹਿੰਦੇ ਹੈ। ਠੀਕ ਹੈ, ਸਾਇੰਸ ਤਰੱਕੀ ਕਰ ਗਈ, ਪਰ ਤੁਹਾਨੂੰ ਪਤਾ ਹੈ ਜਿੰਨੀ ਤਰੱਕੀ ਕੀਤੀ ਉਹਨਾਂ ਸਾਨੂੰ ਧਰਮ ਤੋਂ ਤੇ ਆਪਸ ਵਿੱਚ ਭਾਈਚਾਰੇ ਤੋਂ ਦੂਰ ਕਰਤਾ ਗੁਰੂ। ਅਸੀਂ ਅੱਜ ਹੀ ਵਿਚਾਰਾਂ ਕਰਦੇ ਸੀ ਆਉਂਦੇ ਹੁੰਦੇ ਵੀ ਅੱਗੇ ਵਿਸਾਖ ਦੇ ਮਹੀਨੇ ਤੋਂ ਵਾਢੀ ਸ਼ੁਰੂ ਕਰਦੇ ਗੁਰੂ। ਸਮਾਂ ਹਾਲਾਤ ਇਹ ਜੇ ਸੀ, ਵਿਸਾਖ ਤੋਂ ਸ਼ੁਰੂ ਕਰਦੇ ਸੌਣ ਦੇ ਮਹੀਨੇ ਤੱਕ ਜਾਂਦਾ ਸੀ ਕੰਮ। ਪੁਰਾਣੇ ਬਜ਼ੁਰਗਾਂ ਨੂੰ ਪੁੱਛ ਲਿਓ। ਗੁਰਮੁਖ ਪਿਆਰਿਓ, ਲੈ ਕੇ ਨਾ ਟੰਬੇ ਲੱਕੜ ਦੇ ਮੰਜੇ ਵਾਂਗੂ ਚਾਰ ਜੋੜ ਲੈਂਦੇ, ਬੇਰੀ ਦੇ ਡਾਹਣੇ ਵੱਡ ਵੱਡ ਕੰਡੇ ਵਿੱਚ ਫਿੱਟ ਕਰਦੇ, ਉੱਤੇ ਸਰੋਂ ਦੇ ਡੰਡੇ ਕਹਿ ਲੋ ਤਾਂਗੜ ਕਹਿ ਲੋ ਉਹ ਬੰਨ੍ਹਦੇ, ਰੱਸਿਆਂ ਨਾਲ ਬੰਨ੍ਹ ਕੇ ਮੈਂ ਸੁਹਾਗੇ ਵਾਂਗੂ ਬਣਾ ਲੈਂਦੇ। ਖੇਤਾਂ ਚੋਂ ਲਿਆ ਕੇ ਵੱਢੀ ਹੋਈ ਕਣਕ ਪਿੜਾਂ 'ਚ ਰੱਖਦੇ, ਜਿਵੇਂ ਹੁਣ ਦਾਣਾ ਮੰਡੀਆਂ ਅੱਗੇ ਪਿੜ ਹੁੰਦੇ ਸੀ, ਤੇ ਉੱਥੇ ਫਿਰ ਉਹਨਾਂ ਨੂੰ ਗਾਉਂਦੇ ਗੁਰਮੁਖੋ ਬਲਦਾਂ ਦੇ ਨਾਲ। ਹੌਲੀ ਹੌਲੀ ਗੁਰਮੁਖ ਪਿਆਰਿਓ, ਜਿਹੜਾ ਕਣਕ ਦਾ ਤਾਂਗੜ ਕਹਿ ਲੋ ਡੰਡੀਆਂ ਕਹਿ ਲੋ ਅੱਡ ਕਰਦੇ, ਫਿਰ ਸੱਜਲੀਆਂ ਦੇ ਨਾਲ ਉਡਾਉਂਦੇ। 3-3 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਸਾਇੰਸ ਇੰਨੀ ਤਰੱਕੀ ਕਰ ਗਈ, ਕੰਬਾਈਨ ਲੈ ਕੇ ਜਾਓ 500 ਬੰਦੇ ਦਾ ਕੰਮ ਆਥਣ ਨੂੰ ਹੀ ਨਿਬੇੜ ਦਿੰਦੀ ਹੈ। ਸਵੇਰੇ ਜਾਓ ਸ਼ਾਮ ਤੱਕ ਵੇਚ ਕੇ ਕਈ ਘਰੇ ਆ ਜਾਂਦੇ ਐ। ਇੰਨੀ ਤਰੱਕੀ ਕਰ ਗਈ ਸਾਇੰਸ। ਜੇ ਅੰਮ੍ਰਿਤਸਰ ਸਾਹਿਬ ਜਾਣਾ ਹੁੰਦਾ ਨਾ ਬਠਿੰਡੇ ਤੋਂ 6 ਦਿਨ ਲੱਗਦੇ ਸੀ, ਪੈਦਲ ਤੁਰ ਕੇ ਜਾਂਦੇ। ਤੇ ਅੱਜ ਸਵੇਰੇ ਵੈਸ ਬੱਸ ਦੇ ਵਿੱਚ ਬੈਠ ਦਰਸ਼ਨ ਕਰਕੇ ਸ਼ਾਮ ਦਾ ਪ੍ਰਸ਼ਾਦਾ ਘਰੇ ਆ ਕੇ ਛਕ ਲਈਦਾ। ਕਿੰਨੀ ਤਰੱਕੀ ਕਰ ਗਈ ਸਾਇੰਸ। ਬਾਹਰੀ ਦੂਰੀਆਂ ਘਟਾਤੀਆਂ। ਜਿਹੜਾ ਬਾਹਰੀ ਸਮਾਂ ਲੱਗਦਾ ਸੀ ਉਹ ਤਾਂ ਘਟਾਤਾ, ਪਰ ਜਿਹੜਾ ਸਾਡੇ ਅੰਦਰ ਪਿਆਰ ਸੀ ਉਹ ਖਤਮ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਪਿਆਰਿਓ, ਭਾਈ ਲਾਭ ਸਿੰਘ ਹੋਣੀ ਦੱਸਦੇ ਸੀ, ਕਹਿੰਦੇ ਰਲ ਕੇ ਕਣਕ ਵੱਢਦੇ ਵੀ ਅੱਜ ਫਲਾਣੇ ਦੇ ਚੱਲਣਾ, ਲੈ ਵੀ ਬੀੜੀ ਕਰ ਲਾ, ਤੂੰ ਸਾਡੇ ਨਾਲ ਮਦਦ ਕਰਾਈ, ਅਸੀਂ ਤੇਰੇ ਨਾਲ ਕਰਾਉਂਦੇ ਆ। ਭਾਈਚਾਰਕ ਸਾਂਝਾਂ ਸੀ, ਹੁਣ ਕਿੱਥੇ ਰਹਿ ਗਈਆਂ ਗੁਰਮੁਖੋ। ਠੀਕ ਹੈ, ਤਰੱਕੀ ਬਹੁਤ ਕੀਤੀ, ਮਾੜੀ ਨਹੀਂ ਵਿਦਿਆ, ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਆਪਸੀ ਭਾਈਚਾਰਾ ਤੋੜ ਲੈਨੇ ਆ ਅਸੀਂ ਗੁਰਮੁਖ। ਇਹਨੂੰ ਬਚਾਓ ਬਸ। ਪੜ੍ਹੋ ਲਿਖੋ ਜੋ ਮਰਜੀ। ਉਪਦੇਸ਼ ਲਿਆ ਜਾਂਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਲਿਖੀ, ਬਾਬਾ ਜੀ ਨੇ ਪੜ੍ਹੀ ਸੀ। ਲਓ ਸੁਣੋ ਸ਼ਬਦ। ਪਾਤਸ਼ਾਹ ਅੱਜ ਦੇ ਮਹੀਨੇ ਬਾਰੇ ਕੀ ਕਹਿੰਦੇ ਹਨ। ਬੈਸਾਖ ਧੀਰਨ ਕਿਉਂ ਵਾਡੀਆਂ, ਜਿਨ੍ਹਾਂ ਪ੍ਰੇਮ ਵਿਛੋਹ। ਜਦੋਂ ਹੀ ਵਿਸਾਖ ਦਾ ਮਹੀਨਾ ਸ਼ੁਰੂ ਹੁੰਦਾ, ਚਾਅ ਹੁੰਦਾ ਸੀ ਕਿਸਾਨਾਂ ਨੂੰ ਵੀ ਹੁਣ ਚੱਕ ਲੋ ਦਾਤੀ, ਦੇਰੀ ਨਾ ਕਰੋ। ਕੋਈ ਪਤਾ ਨਹੀਂ ਕਿਹੜੇ ਵੇਲੇ ਮੌਸਮ ਖਰਾਬ ਹੋ ਜੇ, ਕਿਤੇ ਬੀਜੀ ਬਿਜਾਈ ਪਾਲੀ ਹੋਈ ਫਸਲ ਖਰਾਬ ਨਾ ਹੋ ਜੇ। ਦੇਰੀ ਨਹੀਂ ਸੀ ਨਾ ਕਰਦੇ, ਧੀਰਜ ਨਹੀਂ ਸੀ। ਇਦਾਂ ਹੀ ਮਹਾਰਾਜ ਕਹਿੰਦੇ ਵਿਸਾਖ ਦਾ ਮਹੀਨਾ ਸ਼ੁਰੂ ਹੋਇਆ ਹੈ,
ਜੇ ਤੈਨੂੰ ਰੱਬ ਤੋਂ ਵਿਛੋੜੇ ਦਾ ਦੁੱਖ ਹੈ ਨਾ, ਇਹਦੇ 'ਚ ਹੀ ਦੇਰੀ ਨਾ ਕਰਿਆ ਕਰ। ਗੁਰੂ ਵਾਲਾ ਬਣਨ ਦਾ ਮਨ ਕਰਦਾ ਐ ਨਾ ਸੋਚੀ ਵੀ ਫੇਰ ਅੱਜ ਤਾਂ ਸਮਾਂ ਹੈ, ਅੱਜ ਹੀ ਬਣ ਜਾ। ਬਾਣੀ ਪੜਨ ਦਾ, ਪੁੰਨ ਦਾਨ ਕਰਨ ਦਾ ਜੀ ਕਰਦਾ, ਇਹ 'ਚ ਦੇਰੀ ਨਾ ਕਰ। ਜਿਵੇਂ ਫਸਲਾਂ ਵਾਲਿਆਂ ਨੂੰ ਹੁੰਦਾ ਨਾ, ਛੇਤੀ ਵੱਢ ਕੇ ਮੇਰੀ ਕਣਕ ਘਰੇ ਆ ਜੇ, ਉਹਨਾਂ ਨੂੰ ਕਿੱਥੇ ਚੈਨ, ਕਿੱਥੇ ਧੀਰਜ, ਤੇਜ਼ੀ ਹੁੰਦੀ ਹੈ। ਇਦਾਂ ਧਰਮ ਕਰਨ ਵਾਸਤੇ ਵੀ ਮਹਾਰਾਜ ਕਹਿੰਦੇ ਸਮਾਂ ਨਾ ਲਾ, ਛੇਤੀ ਕਰ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ। ਪਰ ਕੁਛ ਉਹ ਨੇ ਜਿਨ੍ਹਾਂ ਨੇ ਸੱਚਾ ਸੱਜਣ ਪ੍ਰਮਾਤਮਾ ਤਾਂ ਭੁਲਾਤਾ, ਸਿਰਫ ਮਾਇਆ ਜੋੜਨ ਵਿੱਚ ਲੱਗੇ ਹੋਏ ਆ, ਮਾਇਆ ਨਾਲ ਮੋਹ ਪੈ ਗਿਆ। ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਬਿਨਾਸੀ ਓਹ। ਪਰ ਸਤਿਗੁਰ ਕਹਿੰਦੇ ਸੁਣ ਲਓ, ਪੁੱਤਰ ਹੈ, ਘਰ ਵਾਲੀ ਹੈ, ਸਾਡੇ ਮਿੱਤਰ ਦੋਸਤ ਹੈ, ਜਿਨ੍ਹਾਂ ਦੀ ਖਾਤਰ ਅਸੀਂ ਧਰਮ ਛੱਡ ਦਿੰਨੇ ਆ ਨਾ ਗੁਰਮੁਖੋ। ਪਾਤਸ਼ਾਹ ਕਹਿੰਦੇ ਸਦਾ ਸਾਥ ਨਹੀਂ ਦਿੰਦੇ, ਬਥੇਰੇ ਨੇ। ਸਾਡੇ ਕੋਲ ਤਾਂ ਨਿੱਤ ਫੋਨ ਆਉਂਦਾ, ਕੋਈ ਨਾ ਕੋਈ ਜੀ ਬੱਚੇ ਪਾਲੇ, ਪੜ੍ਹਾਇਆ ਲਿਖਾਇਆ, ਮੈਂ ਉਹਦੇ ਲਈ ਆਹ ਕੀਤਾ, ਵੱਡਾ ਹੋ ਕੇ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਰਹਿਣਾ ਹੀ ਨਹੀਂ। ਕੁੜੀਆਂ ਦੀ ਖਾਤਰ ਆਪਾਂ ਕਿੰਨਾ ਕੁਛ ਕਰਦੇ ਆ। ਕੋਈ ਸਾਡੀ ਧੀ ਭੈਣ ਨੂੰ ਗਾਲ ਨਹੀਂ ਕੱਢ ਸਕਦਾ, ਮਰ ਜਾਂਦੇ ਸੀ ਲੋਕ। ਰਾਵਣ ਵਰਗਿਆਂ ਨੇ 1.25 ਲੱਖ ਦਾ ਪਰਿਵਾਰ ਖਤਮ ਕਰ ਲਿਆ ਵੀ ਸਾਡੀ ਭੈਣ ਨੂੰ ਮੰਦਾ ਕਿਉਂ ਬੋਲਿਆ। ਪਰ ਦੁੱਖ ਤਾਂ ਮਨਾਇਓ ਨਾ ਬੀਬੀਓ, ਮਾਫੀ ਦੇ ਦਿਓ। ਸਾਡਾ ਫਰਜ਼ ਬਣਦਾ ਇਹ ਗੱਲ ਕਹਿਣ ਦਾ। ਹੁਣ ਹਾਲਾਤ ਕੀ ਬਣ ਗਏ, ਮਾਪੇ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਆ, ਲਿਖਾਉਂਦੇ ਆ, ਸਾਰੇ ਰੌਲਾ ਪਾਉਂਦੇ ਆ ਵੀ ਭਾਈ ਇਹਨਾਂ ਨੂੰ ਮਾਰੋ ਨਾ, ਯੋਗ ਬਣਾਓ। ਪਰ ਕਈ ਧੀਆਂ ਇਹ ਜਿਹੀਆਂ ਜਿਹੜੀਆਂ ਮਾਪਿਆਂ ਦੀ ਇੱਜ਼ਤ ਵੀ ਰੋਲਣ ਨੂੰ ਮਿੰਟ ਲਾਉਂਦੀਆਂ ਗੁਰਮੁਖ। ਫਿਰ ਉਦੋਂ ਸੋਚਿਆ ਕਰੋ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਹੈ ਰਾਜਾਨ, ਇਹ ਸਵਾਲ ਵੀ ਆ ਤੁਹਾਡੇ ਵਾਸਤੇ। ਫਿਰ ਉਹ ਜਿਹੜੀਆਂ ਗਲਤੀਆਂ ਕਰਦੇ ਆ, ਚਾਹੇ ਭਰਾ ਨੇ ਸਾਡੇ, ਚਾਹੇ ਭੈਣਾਂ ਬੱਚੀਆਂ ਨੇ, ਜਦੋਂ ਗਲਤੀਆਂ ਕਰਦੇ ਆ ਫਿਰ ਉਦੋਂ ਬਚਨਾਂ ਬਾਰੇ ਸੋਚਿਆ ਕਰੋ ਵੀ ਕਿੰਨਾ ਸਾਨੂੰ ਮਹਾਰਾਜ ਨੇ ਸਤਿਕਾਰ ਦਿੱਤਾ ਤੇ ਅਸੀਂ ਕਿਹੜੇ ਪਾਸੇ ਤੁਰੇ ਹੋਏ ਆ। ਚਾਹੇ ਪੁੱਤ ਹੈ, ਚਾਹੇ ਧੀ ਹੈ, ਘਰ ਵਾਲੀ ਹੈ, ਚਾਹੇ ਘਰ ਵਾਲਾ ਹੈ। ਗੁਰਮੁਖ ਪਿਆਰਿਓ, ਇਹ ਸੁੱਖਾਂ ਦੇ ਸੰਗੀ ਹੈ। ਪਾਤਸ਼ਾਹ ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਨਾ, ਨਾ ਮਾਇਆ ਸਦਾ ਸਾਥ ਦਿੰਦੀ ਹੈ, ਨਾ ਪਰਿਵਾਰ ਸਦਾ ਸਾਥ ਦਿੰਦਾ ਹੈ। ਸਾਥ ਦੇਣ ਵਾਲਾ ਕੌਣ ਹੈ? ਹਰ ਅਬਿਨਾਸੀ ਉਹ ਅਕਾਲ ਪੁਰਖ ਹੈ ਜਿਹੜਾ ਉਹ ਖਤਮ ਨਹੀਂ ਹੁੰਦਾ। ਉਹਨੇ ਹਰ ਵੇਲੇ, ਚਾਹੇ ਤੂੰ ਲੱਖਾਂ ਔਗਣ ਕੀਤੇ ਆ, ਹੁਣ ਵੀ ਆ ਕੇ ਮਾਫੀ ਮੰਗ ਲੈ, ਅਰਦਾਸ ਕਰ ਦੇ, ਉਹ ਫੇਰ ਵੀ ਤੇਰੇ ਨਾਲ ਖੜਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇੰਨਾ ਸਮਝਾਇਆ ਮਹਾਰਾਜ ਕਹਿੰਦੇ ਹਾਲਤ ਦੁਨੀਆ ਦੀ ਕੀ ਹੋਗੀ, ਉਹ ਅੱਗੇ ਦੱਸਦੇ ਹਨ। ਪਲਚ ਪਲਚ ਸਗਲੀ ਮੂਈ, ਝੂਠੈ ਤੰਦੇ ਮੋਹ। ਕਹਿੰਦੇ ਬਹੁਤ ਦੁਨੀਆ ਨੂੰ ਸਮਝਾਇਆ, ਪਰ ਝੂਠੇ ਵਿਹਾਰਾਂ 'ਚ, ਫਾਲਤੂ ਦੇ ਲਾਲਚ ਵਿੱਚ ਫਸ ਗਈ ਦੁਨੀਆ। ਮਲੀਆ ਮੇਟ ਹੀ ਹੋ ਗਈ, ਕਹਿ ਲੋ, ਖਤਮ ਹੀ ਹੋ ਗਿਆ ਖੇਡਾ ਗੁਰਮੁਖ। ਸੱਚੇ ਪਾਤਸ਼ਾਹ ਕਿਰਪਾ ਕਰੇ, ਹਜੇ ਵੀ ਸਮਾਂ ਸਾਡੇ ਕੋਲੇ, ਸਮਝ ਲਓ। ਇੱਕ ਸੋ ਹਰ ਕੇ ਨਾਮ ਬਿਨ, ਅੱਗੇ ਲਈਐ ਖੋਹੇ। ਕਹਿੰਦੇ ਜੇ ਤਾਂ ਜਪੇਗਾ ਵਾਹਿਗੁਰੂ ਦਾ ਨਾਮ, ਇਹਨੂੰ ਕੋਈ ਖੋ ਨਹੀਂ ਸਕਦਾ। ਮੰਨ ਲਓ ਕੋਈ ਬੰਦਾ 12 ਪੜ੍ਹ ਗਿਆ, ਤੇਰਾ ਸਰਟੀਫਿਕੇਟ ਤਾਂ ਚੋਰੀ ਹੋ ਸਕਦਾ ਹੈ, ਪਰ ਜਿਹੜੀ ਅੱਖਰ ਪੜ੍ਹਿਆ ਉਹ ਤਾਂ ਨਹੀਂ ਨਾ ਕੋਈ ਖੋ ਸਕਦਾ। ਜਿੱਥੇ ਮਰਜ਼ੀ ਬੋਰਡ ਲੱਗਿਆ ਤਾਂ ਪੜ੍ਹ ਲੈਣਾ। ਇਸੇ ਤਰ੍ਹਾਂ ਜਿਹੜਾ ਸਿਮਰਨ ਕਰਾਂਗੇ, ਸੇਵਾ ਕਰਾਂਗੇ, ਇਹ ਸਾਡਾ ਹੈ। ਚਾਹੇ ਲੱਖ ਪਰਿਵਾਰ ਖਹਿੜਾ ਛੱਡ ਜੇ, ਧੀਆਂ ਪੁੱਤ ਵੀ ਨਾਮ ਬਣਨ, ਮਾਪੇ ਵੀ ਨਾਮ ਬਣਨ ਤੇਰੇ, ਪਰ ਜੇ ਤੇਰੇ ਵਿੱਚ ਗੁਣ ਹੋਣਗੇ, ਜਿੱਥੇ ਮਰਜ਼ੀ ਚੱਲ ਜੀ, ਤੇਰੀ ਕਦਰ ਪਈ ਜਾਣੀ ਹੈ। ਤੇ ਗੁਣ ਕਿਦੋਂ ਆਉਂਦੇ ਆ? ਜਦੋਂ ਅਸੀਂ ਆਪਣੇ ਗੁਰੂ ਨੂੰ, ਮਾਲਕ ਨੂੰ ਯਾਦ ਰੱਖਦੇ ਹਾਂ। ਜਿਹੜੇ ਇਹਨੂੰ ਭੁੱਲ ਜਾਣ, ਸਾਡੀ ਅਰਦਾਸ ਹੈ ਇਹ ਸਮਾਂ ਕਿਸੇ ਤੇ ਨਾ ਆਵੇ। ਪਰ ਗੁਰੂ ਸਾਹਿਬ ਰੋਜ਼ ਕਹਿੰਦੇ ਆ, ਕਹਿੰਦੇ ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਹਿੰਦੇ ਜਿਹੜੇ ਗੁਣ ਹੈ ਨਾ ਤੇਰੇ ਵਿੱਚ, ਜੇ ਤੂੰ ਇੱਕ ਪਰਮਾਤਮਾ ਨੂੰ ਭੁੱਲ ਗਿਆ, ਨਾਮ ਸਿਮਰਨ ਤੋਂ ਟੁੱਟ ਗਿਆ, ਉਹ ਤੇਰੇ ਗੁਣ ਵੀ ਗਲ ਜਾਣਗੇ। ਜੇ ਚਾਹੁੰਦੇ ਹੋ ਸਾਡੇ ਗੁਣਾਂ 'ਚ ਵਾਧਾ ਹੋਵੇ, ਤਰੱਕੀ ਹੋਵੇ ਸਾਡੀ, ਤਾਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਓ ਭਾਈ, ਆਪਣੇ ਧਰਮ 'ਚ ਪੱਕੇ ਹੋ ਜਾਓ।
ਇਸੇ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਜਿਹੜਾ ਵੀ ਕੁਛ ਤੇਰੇ ਕੋਲ ਹੈ ਆਉਣ ਵਾਲੇ ਟਾਈਮ 'ਚ ਖੋਹਿਆ ਜਾਣਾ ਹੈ। ਕਈਆਂ ਨੇ ਬੜੀ ਕਮਾਈ ਕੀਤੀ, ਪਰ ਕੋਈ ਮਾੜਾ ਪੈਸਾ ਜਦੋਂ ਆ ਜਾਂਦਾ ਹੈ ਨਾ, ਫਿਰ ਬੱਚੇ ਘਰ-ਬਾਰ ਖੋ ਕੇ ਬਾਪੂ ਨੂੰ ਕਹਿਣਗੇ ਨਿਕਲ ਘਰੋਂ, ਅਸੀਂ ਨਹੀਂ ਤੈਨੂੰ ਰੱਖਣਾ, ਜਿੱਥੇ ਮਰਜੀ ਜਾ। ਖੋਹਿਆ ਗਿਆ। ਬਾਹਰਲੀਆਂ ਕਮਾਈਆਂ ਖੋਹੀਆਂ ਜਾ ਸਕਦੀਆਂ, ਪਰ ਜਿਹੜੀ ਸਿਮਰਨ ਦੀ ਸੇਵਾ ਦੀ ਕਮਾਈ ਹੈ ਇਹਨੂੰ ਕੋਈ ਖੋ ਨਹੀਂ ਸਕਦਾ। ਦਇਆ ਬੇਸਾਰ ਬੇਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਇਹ ਸੱਚੀ ਗੱਲ ਹੈ। ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਭੁਲਾ ਕੇ ਉਹਦੀ ਦਇਆ ਤੋਂ ਬਿਨਾ ਬੇਗੁਚਣਾ ਕਹੀਏ ਬੰਦਾ ਤਬਾਹ ਹੋ ਜਾਂਦਾ ਹੈ। ਉਹਦੀ ਮਿਹਰ ਤੋਂ ਬਿਨਾ, ਉਹਦੀ ਦਇਆ ਤੋਂ ਬਿਨਾ ਸਭ ਕੁਝ ਖਤਮ ਹੁੰਦਾ, ਬੰਦਾ ਤਬਾਹ ਹੋ ਰਿਹਾ ਹੈ। ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਿਹੜਾ ਇਸ ਦੇ ਕਲਯੁਗ ਦੇ ਸਮੇਂ ਵਿੱਚ ਸਾਡੀ ਰਾਖੀ ਕਰ ਸਕੇ। ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ। ਜਿਹੜੇ ਗੁਰੂ ਸਾਹਿਬ ਦੇ ਕਹੇ ਹੋਏ ਬਚਨਾਂ ਨੂੰ ਮੰਨਣ, ਗੁਰੂ ਦੇ ਚਰਨੀ ਲੱਗ ਜਾਣ, ਉਹਨਾਂ ਦੀ ਜਿਹੜੀ ਸੋਭਾ ਹੈ ਨਾ ਗੁਰਮੁਖੋ, ਉਹ ਸਾਰੇ ਸੰਸਾਰ ਨਾਲੋਂ ਵੱਖਰੀ ਹੁੰਦੀ ਹੈ। ਆਪਾਂ ਵਿਚਾਰਨਾ ਇਤਿਹਾਸ, ਪਰ ਗੱਲ ਪਹਿਲਾਂ ਹੀ ਆ ਗਈ ਸਾਹਮਣੇ। ਕਹਿੰਦੇ ਬਹੁਤ ਵੱਡਾ ਇਕੱਠ ਸੀ, 84,000 ਦਾ ਇਕੱਠ ਦੱਸਿਆ, ਪਰ ਜਦੋਂ ਮਹਾਰਾਜ ਨੇ ਮੰਗੇ ਸੀਸ, 5 ਹੀ ਸੀ ਜਿਨ੍ਹਾਂ ਨੇ ਪਹਿਰਾ ਦਿੱਤਾ ਸੀ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਤੇ ਅੱਜ 5 ਨੂੰ ਸਾਰਾ ਸੰਸਾਰ ਪੂਜਦਾ ਹੈ। 5 ਪਿਆਰਿਆਂ ਦਾ ਸਤਿਕਾਰ ਕਿੰਨਾ ਪਤਾ ਨਾ। ਹਾਲਾਂਕਿ ਇਕੱਠ ਤਾਂ ਬਥੇਰਾ ਸੀ, ਪਰ ਜਿਹੜੇ ਮਾਲਕ ਦੇ ਚਰਨੀ ਲੱਗ ਕੇ ਸਤਿਗੁਰ ਦੇ ਬਚਨ ਕਮਾ ਗਏ, ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਸਾਰੇ ਸੰਸਾਰ ਚੋਂ ਵੱਖਰੀ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਹੁਣ ਇਹੀ ਅਰਦਾਸ ਕਰੋ, ਪ੍ਰਭੂ ਅੱਗੇ ਪ੍ਰਾਰਥਨਾ ਕਰੋ ਵੀ ਹੇ ਸਾਹਿਬ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਆਪਣੇ ਨਾਲ ਮਿਲਾ ਲਓ, ਅਸੀਂ ਆਪ ਜੀ ਦੇ ਚਰਨੀ ਲੱਗੇ ਰਹੀਏ। ਬੈਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੈ ਹਰ ਸੋਏ। ਵਿਸਾਖ ਦਾ ਮਹੀਨਾ ਕਹਿੰਦੇ ਉਹਨਾਂ ਨੂੰ ਸੋਹਣਾ ਲੱਗਦਾ ਹੈ ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜਨ, ਸਾਧੂ ਸੰਤਾਂ ਦੀ ਕਰਨ ਸੰਗਤ, ਗੁਰੂ ਦਾ ਉਪਦੇਸ਼ ਸੁਣ ਕੇ ਆਹ ਅਰਦਾਸ ਕਰਨ ਵੀ ਪ੍ਰਭ ਮਿਲਹੁ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰ ਤੇ ਆਏ ਆ, ਤੁਸੀਂ ਸਾਨੂੰ ਮਿਲੋ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇ, ਅਸੀਂ ਵੀ ਗੁਰੂ ਵਾਲੇ ਬਣੀਏ। ਆਨੰਦ ਤਾਂ ਹੈ ਗੁਰਮੁਖੋ, ਸੰਪੂਰਨ ਮਨੁੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਣਾ, ਐਦੋਂ ਵੱਡੀ ਸਾਡੇ ਸਿੱਖ ਧਰਮ ਵਿੱਚ ਕੋਈ ਗੱਲ ਨਹੀਂ ਹੈਗੀ। ਗੁਰੂ ਆਓ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ 1699 ਦੀ ਵਿਸਾਖੀ, ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਜਾਂਦੇ ਹੋ ਨਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਗੁਰੂ, ਉਸ ਸਥਾਨ ਤੇ ਸੋਹਣੀ ਤਿਆਰੀ ਕੀਤੀ ਹੋਈ, ਤੰਬੂ ਲਾਏ ਹੋਏ, ਰੋਜ਼ ਦੀਵਾਨ ਸਜਦਾ ਗੁਰਮੁਖ। ਕਹਿੰਦੇ ਨੇ ਮੇਰੇ ਸਤਿਗੁਰ ਨੇ ਇਸ ਵਿਸਾਖੀ ਤੋਂ ਪਹਿਲਾਂ ਚਿੱਠੀਆਂ ਪਾਈਆਂ ਸੀ ਕਿ ਜਿਹੜਾ ਵੀ ਭਾਈ ਗੁਰੂ ਨਾਨਕ ਦਾ ਨਾਮ ਲੇਵਾ ਸਿੱਖ ਕਹਾਉਂਦਾ ਹੈ ਉਹ ਆਵੇ ਸ਼੍ਰੀ ਅਨੰਦਪੁਰ ਸਾਹਿਬ। ਅਸੀਂ ਆਪਣੇ ਸਿੱਖਾਂ ਸੇਵਕਾਂ ਨੂੰ ਕੋਈ ਬਹੁਤ ਅਮੋਲਕ ਵਸਤੂ ਦੇਣੀ ਹੈ, ਵੱਖਰੀ ਵਸਤੂ ਵੀ ਇਹੀ ਜੀ ਦੇਵਾਂਗੇ ਜਿਵੇਂ ਬਾਣੀ 'ਚ ਲਿਖਿਆ ਨਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹਨੂੰ ਤਾਂ ਦੇਵੀ ਦੇਵਤੇ ਭਾਲਦੇ ਤੇ ਤਰਸਦੇ ਮਰ ਗਏ, ਅੰਮ੍ਰਿਤ ਕਿਸੇ ਨੂੰ ਮਿਲਿਆ ਹੀ ਨਹੀਂ ਸੀ। ਆਖੋ ਸਤਨਾਮ ਵਾਹਿਗੁਰੂ। ਚਿੱਠੀਆਂ ਪਾਤੀਆਂ, ਹੁਕਮਨਾਮਾ ਸਾਹਿਬ ਭੇਜੇ ਗਏ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਗੁਰਮੁਖ ਪਿਆਰੇ। ਕਹਿੰਦੇ ਨੇ ਦੀਵਾਨ ਤਾਂ ਰੋਜ਼ ਸਜਦਾ ਹੈ, ਪਰ ਅੱਜ ਵਾਲਾ ਜਿਹੜਾ ਦਿਨ ਸੀ ਇਹ ਕੁਛ ਵੱਖਰਾ ਸੀ। ਅੱਗੇ ਤਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਮੇਰੇ ਸਤਿਗੁਰੂ ਚੌਕੜਾ ਲਾ ਕੇ ਬਹਿੰਦੇ, ਹੱਥ 'ਚ ਤੀਰ ਫੜਿਆ ਹੁੰਦਾ, ਇੱਕ ਹੱਥ ਵਿੱਚ ਬਾਜ, ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੁੰਦੀਆਂ। ਪਰ ਅੱਜ ਜਿਹੜਾ ਪੰਡਾਲ ਸਜਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ, ਅੱਜ ਆਸਾ ਦੀ ਵਾਰ ਦੀ ਥਾਂ ਤੇ
ਢਾਡੀ ਸਿੰਘ ਵਾਰਾਂ ਪੜ੍ਹੀ ਜਾਂਦੇ ਆ, ਵੀਰ ਅਸੀਂ ਕਵਿਤਾਵਾਂ। ਸਤਿਗੁਰ ਹੈ ਨਹੀਂ, ਸੰਗਤਾਂ ਬਹੁਤ ਦੂਰੋਂ ਦੂਰੋਂ ਵੱਡੀ ਗਿਣਤੀ ਚ ਆ ਰਹੀਆਂ। ਪਹਿਲੇ ਗੇਟ ਤੇ ਬੋਰਡ ਲੱਗਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀਆ। ਥੋੜਾ ਜਦੋਂ ਸੰਗਤ ਅੱਗੇ ਜਾਂਦੀ ਹੈ ਤਾਂ ਵਿਚਾਲੇ ਜੇ ਇੱਕ ਦੂਜਾ ਬੋਰਡ ਲੱਗਿਆ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੰਗਤਾਂ ਆਪੋ ਆਪਣਾ ਸਥਾਨ ਲੈ ਕੇ ਬੈਠੀ ਜਾਂਦੀਆਂ। ਤੇ ਉਸ ਵੇਲੇ ਵਿਦਵਾਨਾਂ ਨੇ 84,000 ਦਾ ਇਕੱਠ ਦੱਸਿਆ ਗੁਰੂ, ਤੇ ਉਹ ਵੀ ਥੋੜਾ ਨਹੀਂ, ਕਿਉਂਕਿ ਨਾ ਤਾਂ ਸੜਕਾਂ ਹੀ ਹੁੰਦੀਆਂ ਸੀ, ਨਾ ਹੀ ਸੁਨੇਹਾ ਲਾਉਣ ਦਾ ਸਾਧਨ ਹੁੰਦਾ ਸੀ, ਬਿੰਗੇ ਟੇਢੇ ਰਸਤੇ, ਨਾ ਨਦੀਆਂ ਦਰਿਆਵਾਂ ਤੇ ਪੁਲ ਹੁੰਦੇ ਸੀ ਗੁਰਮੁਖੋ। ਤੇ ਸੰਗਤ ਵੀ ਕਿੱਥੋਂ ਕਿੱਥੋਂ ਆਈ। ਦੇਖੋ ਕਿੱਥੇ ਦੁਆਰਕਾ, ਹਜੂਰ ਸਾਹਿਬ ਹੁਣ ਜਾਂਦੇ ਹੋ, ਨਾਲੇ ਟ੍ਰੇਨਾਂ ਗੱਡੀਆਂ ਤੇ ਜਾਈਦਾ, ਫਿਰ ਵੀ ਥੱਕ ਜਾਈਦਾ। ਕਿੱਥੇ ਉਦੋਂ ਅੱਗੇ ਨਾਨਕ ਝੀਰਾ ਗੁਰਮੁਖੋ, ਉੱਥੋਂ ਵੀ ਸੰਗਤ ਆਈ ਹੋਈ। 11,000 ਮੀਲ ਦੂਰ ਤੋਂ ਸੰਗਤਾਂ ਪੈਦਲ ਚੱਲ ਕੇ ਆਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧਨ ਕਿੰਨੇ ਕੁ ਹੁੰਦੇ ਸੀ, ਵੱਡੀ ਗੱਲ ਸੀ ਉਸ ਵੇਲੇ ਇੰਨਾ ਇਕੱਠ ਹੋਣਾ। ਸੰਗਤ ਬਹੁਤ ਹੈ। ਮੇਰੇ ਸਤਿਗੁਰੂ ਅੱਜ ਦੀਵਾਨ ਵਿੱਚ ਲੇਟ ਆਏ ਗੁਰੂ, ਤੇ ਜਦੋਂ ਆਏ ਇੱਕ ਸਾਈਡ ਤੇ ਤੰਬੂ ਲੱਗਿਆ ਹੋਇਆ ਗੁਰੂ, ਉਹਦੇ ਵਿੱਚੋਂ ਨਿਕਲੇ, ਸਟੇਜ ਤੇ ਆ ਕੇ ਢਾਡੀ ਸਿੰਘਾਂ ਨੂੰ ਤਾਂ ਇਸ਼ਾਰਾ ਕਰਕੇ ਕਰਤਾ ਬੰਦ, ਤੇ ਸਟੇਜ ਤੇ ਖਲੋ ਗਏ, ਹੱਥ 'ਚ ਨੰਗੀ ਸ੍ਰੀ ਸਾਹਿਬ ਫੜੀ ਹੋਈ, ਤਲਵਾਰ ਵੱਡੀ ਗੁਰੂ। ਕਹਿੰਦੇ ਗੁਰੂ ਕੇ ਸਿੱਖੋ, ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਜਿਹੜਾ ਸਬਕ ਤੁਹਾਨੂੰ ਪੜਾਉਂਦੇ ਆਏ ਆ, ਅੱਜ ਅਸੀਂ ਪਰਖਣਾ ਚਾਹੁੰਦੇ ਆ ਵੀ ਉਸ ਸਬਕ ਤੇ ਕੋਈ ਪਹਿਰਾ ਦੇਣ ਵਾਲਾ ਵੀ ਹੈਗਾ ਜਾਂ ਨਹੀਂ। ਸਾਰੀ ਸੰਗਤ ਬੜੇ ਧਿਆਨ ਨਾਲ ਸੁਣਦੀ ਹੈ, ਕਿਉਂਕਿ ਸੰਗਰਾਂਦ ਦਾ ਦਿਹਾੜਾ ਸੀ ਤੇ ਹੁਕਮਨਾਮੇ ਮਹਾਰਾਜ ਨੇ ਭੇਜੇ ਸੀ, ਕੋਈ ਵੱਖਰੀ ਅਮੋਲਕ ਵਸਤੂ ਦੇਵਾਂਗੇ। ਸਾਰੀ ਸੰਗਤ ਦਾ ਧਿਆਨ ਮਹਾਰਾਜ ਵੱਲ। ਪਾਤਸ਼ਾਹ ਕਹਿੰਦੇ ਨੇ, ਸਾਡਾ ਹੁਕਮ ਹੈ ਭਾਈ, ਜਿਹੜੇ ਮੰਨਦੇ ਹੋ ਨਾ ਵੀ ਗੁਰੂ ਨਾਨਕ ਦੇ ਅਸੀਂ ਸਿੱਖ ਹਾਂ, ਆਓ ਮੈਨੂੰ ਅੱਜ ਇੱਕ ਸੀਸ ਦੀ ਲੋੜ ਆ। ਆਖੋ ਸਤਨਾਮ ਵਾਹਿਗੁਰੂ। ਇਹ ਵੱਖਰੀ ਗੱਲ ਸੀ, ਪਹਿਲਾਂ ਨਹੀਂ ਸੀ ਹੋਈ ਗੁਰਮੁਖੋ। ਹਾਲਾਂਕਿ ਜੇ ਕਿਸੇ ਸਿੱਖ ਦਾ ਸਿਰ ਕੱਟਿਆ ਵੀ ਗਿਆ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਸੰਮਣ ਮੂਸਣ ਹੋਇਆ, ਮਹਾਰਾਜ ਤਾਂ ਜੋੜਦੇ ਰਹੇ। ਬਾਬੇ ਅਟਲ ਨੇ ਆਪਣਾ ਮਰਿਆ ਮਿੱਤਰੀ ਜਿਉਂਦਾ ਕਰਤਾ, ਬਾਬੇ ਗੁਰਦਿੱਤਾ ਜੀ ਨੇ ਮਰੀ ਹੋਈ ਗਊ ਜਿਉਂਦੀ ਕੀਤੀ, ਗੁਰੂ ਨਾਨਕ ਨੇ ਕਿੰਨੇ ਸਿੱਖਾਂ ਦੇ ਘਰ ਵਸਾਏ, ਚੱਲਦਾ ਰਿਹਾ। ਪਰ ਅੱਜ ਇੱਕ ਵੱਖਰੀ ਗੱਲ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਅੱਜ ਸਾਜਣਾ ਮੈਂ ਪੰਥ ਪਿਆਰਾ, ਇੱਕ ਮੈਨੂੰ ਸੀਸ ਚਾਹੀਦਾ। ਜਦੋਂ ਮੇਰੇ ਸਤਿਗੁਰ ਨੇ ਆਵਾਜ਼ ਦਿੱਤੀ ਤੇ ਸਾਰੇ ਪੰਡਾਲ 'ਚ ਸਨਾਟਾ ਛਾ ਗਿਆ, ਸਭ ਚੁੱਪ, ਕਿਉਂਕਿ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੋ ਕਹਿੰਦੇ ਨੇ ਉਹ ਕਰਦੇ ਵੀ ਹੈ। ਇੱਥੇ ਕੱਲੀ ਕਹਿਣੀ ਨਹੀਂ, ਕਰਨੀ ਪ੍ਰਧਾਨ ਹੈ। ਸਾਰੇ ਚੁੱਪ। ਮੇਰੇ ਸਤਿਗੁਰ ਨੇ ਸਭਨਾ ਵੱਲੀ ਧਿਆਨ ਨਾਲ ਵੇਖਿਆ, ਫੇਰ ਆਵਾਜ਼ ਦਿੱਤੀ, ਕਹਿੰਦੇ ਕੋਈ ਹੈ ਗੁਰੂ ਨਾਨਕ ਦਾ ਪਿਆਰਾ? ਸ਼ੁਰੂ ਤੋਂ ਬੋਲਡ ਪੜਿਆ ਹੋਵੇ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਸਭ ਚੁੱਪ ਗੁਰਮੁਖ। ਦੂਜੀ ਆਵਾਜ਼ ਤੇ ਵੀ ਕੋਈ ਨਾ ਉੱਠਿਆ। ਤੇ ਜਦੋਂ ਤੀਜੀ ਆਵਾਜ਼ ਮੇਰੇ ਸਤਿਗੁਰ ਨੇ ਕੜਕਵੀਂ ਜੀ ਕੱਢੀ ਨਾ,
ਵੀ ਹੁਣ ਤੁਕ ਤਾਂ ਕਹਿੰਦੇ ਆਏ ਹੋ ਤਨ ਮਨ ਧਨ ਮਹਾਰਾਜ ਦਾ ਹੀ ਹੈ, ਪੜ੍ਹਦੇ ਹੀ ਰਹੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਵੀ ਦਿੱਤਾ, ਧਨ ਵੀ ਦਿੱਤਾ, ਮਨ ਵੀ ਦਿੱਤਾ। ਪਰ ਜਿਹਨੇ ਗੁਰੂ ਦੀ ਪ੍ਰਾਪਤੀ ਕਰਨੀ ਹੈ, ਅਗਲੀ ਗੱਲ ਸੁਣ ਲਓ, ਹੁਕਮ ਮੰਨਿਆ ਪਾਈ ਹੈ। ਆ ਹੁਕਮ ਹੈ ਆਪਾਂ ਨੂੰ ਵੀ ਹੈ, ਭਾਈ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ। ਠੀਕ ਹੈ, ਤੂੰ ਸਰੀਰ ਦੇ ਦੇ, ਮਾਇਆ ਦੇ ਦੇ, ਮਨ ਵੀ ਦੇ ਦੇ, ਪਰ ਤਾਂ ਹੀ ਮੰਨਾਂਗੇ ਨਾ ਜੇ ਹੁਕਮ ਮੰਨੇ। ਪਾਤਸ਼ਾਹ ਕਹਿੰਦੇ ਕੋਈ ਹੈ ਐਸਾ? ਸਭ ਚੁੱਪ। ਜਦੋਂ ਤੀਜੀ ਆਵਾਜ਼ ਗਰਜਵੀਂ ਦਿੱਤੀ, ਕਹਿੰਦੇ ਕੋਈ ਵੀ ਨਹੀਂ ਜਿਹੜਾ ਗੁਰੂ ਨਾਨਕ ਦੇ ਬਚਨਾਂ ਤੇ ਪਹਿਰਾ ਦੇ ਸਕੇ। ਤੀਜੀ ਵਾਰੀ ਆਵਾਜ਼ ਦੇਣ ਤੇ ਭਾਈ ਦਇਆ ਰਾਮ ਜੀ ਉੱਠੇ। ਗੁਰਮੁਖ ਖੱਤਰੀ ਪਰਿਵਾਰਾਂ ਵਿੱਚੋਂ ਇਹਨਾਂ ਦਾ ਜਨਮ ਲਾਹੌਰ ਵਿਖੇ ਹੋਇਆ ਸੀ ਗੁਰਮੁਖ, ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। 1669 ਈਸਵੀ ਨੂੰ ਇਹ ਉੱਠੇ ਤੇ ਗਲ 'ਚ ਪੱਲਾ ਪਾਇਆ ਹੋਇਆ ਐ ਫੜ ਕੇ ਨਾ, ਪੱਲਾ ਹੱਥ ਬੰਨ੍ਹ ਕੇ ਤੁਰਨ ਲੱਗੇ ਮਹਾਰਾਜ ਵੱਲ ਨੂੰ। ਤੇ ਕਈ ਮਾੜੇ ਦਿਲ ਵਾਲੇ ਕਹਿੰਦੇ ਉਹ ਬੈਠਿਆ ਨਹੀਂ ਜਾਂਦਾ, ਹੋਰ ਵੀ ਬੈਠੇ ਆ, ਤੇਰਾ ਜ਼ਿਆਦੇ ਪਿਆਰ ਹੈ ਗੁਰੂ ਨਾਲ। ਦੇਖ ਲੈ ਮਹਾਰਾਜ ਦੇ ਹੱਥ 'ਚ ਤਲਵਾਰ ਹੈ ਨੰਗੀ, ਕਹਿੰਦੇ ਨੇ ਸਿਰ ਵੱਢਣਾ ਤੇ ਵਾਕਈ ਵੱਢਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਯਾਦ ਰੱਖਿਓ, ਅਕਲ ਦਾ ਤੇ ਇਸ਼ਕ ਦਾ ਮੇਲ ਨਹੀਂ ਹੁੰਦਾ। ਗੁਰੂ ਅਕਲ ਤਾਂ ਕਹਿੰਦੀ ਸੀ ਵੀ ਬਹਿ ਜਾ, ਬਾਕੀ ਵੀ ਬੈਠੇ ਐ, ਪਰ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਵੱਖਰੀ ਸੋਭਾ। ਜਿਹੜਾ ਅੰਦਰ ਦਾ ਪਿਆਰ ਸੀ, ਇਸ਼ਕ ਸੀ, ਉਹ ਕਹਿੰਦਾ ਸੀ ਮਨਾ ਚੱਲ। ਕਈ ਝੁੱਗਾ ਫੜ ਫੜ ਖਿੱਚਣ ਵੀ ਬਹਿ ਜਾ ਟਿੱਕੇ। ਪਰ ਦਇਆ ਰਾਮ ਜੀ ਆਏ, ਆ ਕੇ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੇਰੀ ਗਲਤੀ ਦੀ ਮਾਫੀ ਦੇ ਦਿਓ। ਮਹਾਰਾਜ ਕਹਿੰਦੇ ਕੀ? ਕਹਿੰਦੇ ਗਲਤੀ ਇਹ ਹੋ ਗਈ, ਮੈਂ ਪਹਿਲੀ ਆਵਾਜ਼ ਤੇ ਕਿਉਂ ਨਾ ਉੱਠਿਆ। ਤੁਸੀਂ ਹੋਮੋ ਮੇਰੇ ਗੁਰੂ ਤੇ ਤੁਹਾਨੂੰ 3 ਆਵਾਜ਼ਾਂ ਦੇਣੀਆਂ ਪੈਣ। ਪਹਿਲੀ ਆਵਾਜ਼ ਤੇ ਮੈਨੂੰ ਆਉਣਾ ਚਾਹੀਦਾ ਸੀ, ਪਰ ਹੁਣ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ, ਕੱਟ ਲਓ ਸੀਸ ਗੁਰੂ ਜੀ ਮੇਰਾ, ਕੱਟ ਲਓ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲਓ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲਓ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲੋ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲਓ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲਓ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲੋ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲੋ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਕੱਟ ਲੋ ਸੀਸ ਗੁਰੂ ਜੀ ਮੇਰਾ, ਵਾਰ ਕਰਕੇ ਤਲਵਾਰ ਦਾ। ਸੱਚੇ ਪਾਤਸ਼ਾਹ ਮੇਰਾ ਸੀਸ ਕੱਟ ਲਓ। ਮਹਾਰਾਜ ਕਹਿੰਦੇ ਮੈਂ ਮਜ਼ਾਕ ਨਹੀਂ ਕਰਦਾ। ਦੇਖੋ ਕਿਸੇ ਨੂੰ ਮਜਬੂਰ ਨਹੀਂ ਸੀ ਕੀਤਾ, ਫਿਰ ਵੀ ਸਮਝਾਉਂਦੇ ਆ, ਕਹਿੰਦੇ ਮੈਂ ਮਜ਼ਾਕ ਨਹੀਂ ਕਰਦਾ, ਸੱਚੀਓ ਹੀ ਸਿਰ ਵੱਢਣਾ ਹੈ। ਦਇਆ ਰਾਮ ਜੀ ਕਹਿੰਦੇ ਪਾਤਸ਼ਾਹ ਮੈਂ ਵੀ ਸੱਚੀਓ ਹੀ ਵਢਾਉਣਾ ਹੈ। ਬਾਂਹ ਫੜ ਲਈ, ਕਹਿੰਦੇ ਨਾਮ ਕੀ ਆ ਤੇਰਾ? ਕਹਿੰਦਾ ਜੀ ਦਇਆ ਰਾਮ। ਸਤਿਗੁਰ ਕਹਿੰਦੇ ਬਹੁਤ ਮੌਕੇ ਸਿਰ ਆਇਆ। ਅੱਜ ਜਿਹੜੀ ਚੀਜ਼, ਜਿਹੜਾ ਧਰਮ ਮੈਂ ਪ੍ਰਚਲਿਤ ਕਰਨ ਲੱਗਿਆ, ਇਹ ਤਾਂ ਚੱਲੂ ਜੇ ਸਭ ਤੋਂ ਪਹਿਲਾਂ ਦਇਆ ਹੋਊਗੀ। ਗੁਰੂ ਦੇਖੋ ਦਇਆ ਜ਼ਰੂਰੀ ਹੈ ਸਿੱਖ ਦੇ ਵਿੱਚ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਵੀ ਕਹਿ ਗਏ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਦ ਤੂੰ ਜੀਵਾਂ ਤੇ ਦਇਆ ਕਰਨ ਲੱਗ ਗਿਆ, ਪ੍ਰਵਾਨ ਹੈ ਬਸ। 68 ਤੀਰਥਾਂ ਦਾ ਸਾਰੇ ਪੁੰਨਾਂ ਦਾ ਫਲ ਮਿਲ ਜੂ। ਤੇ ਦਇਆ ਕਰਨੀ ਕੋਈ ਇਹ ਨਹੀਂ ਹੁੰਦੀ ਵੀ ਆਪਾਂ ਮਿੱਤਰਾਂ ਤੇ ਹੀ ਕਰਨੀ ਹੈ ਜਾਂ ਆਪਣਿਆਂ ਤੇ। ਉਹ ਤਾਂ ਭਾਵੇਂ ਦੁਸ਼ਮਣ ਵੀ ਆ ਜਾਏ, ਕੋਸ਼ਿਸ਼ ਕਰੋ ਉਹਦੇ ਤੇ ਵੀ ਤਰਸ ਦਇਆ ਕੀਤੀ ਜਾਵੇ। ਤਾਂ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ 'ਚ ਦੁਸ਼ਮਣ ਵੀ ਆ ਗਏ ਗੁਰੂ,
ਆ ਹੈ ਆਪਣਾ ਧਰਮ। ਮਹਾਰਾਜ ਕਹਿੰਦੇ ਆ ਜਾ, ਬੜਾ ਮੌਕੇ ਸਿਰ ਆਇਆ। ਤੰਬੂ 'ਚ ਲੈ ਗਏ, ਜ਼ੋਰ ਦੀ ਖੜਕਾਟ ਹੋਇਆ ਤੇ ਲਹੂ ਭਿੱਜੀ ਤਲਵਾਰ ਲੈ ਕੇ ਫੇਰ ਬਾਹਰ ਆ ਗਏ ਗੁਰੂ। ਦੂਜੀ ਆਵਾਜ਼ ਦਿੱਤੀ, ਕਹਿੰਦੇ ਅਜੇ ਮੇਰੀ ਪਿਆਸ ਤਲਵਾਰ ਦੀ ਬੁਝੀ ਨਹੀਂ, ਇੱਕ ਸੀਸ ਹੋਰ ਚਾਹੀਦਾ ਹੈ। ਤਾਂ ਫਿਰ ਭਾਈ ਧਰਮ ਰਾਮ ਜੀ ਉੱਠੇ, ਧਰਮਦਾਸ ਵੀ ਕਹਿੰਦੇ ਆਬਾਦਤ ਸਿੰਘ ਬਣ ਗਏ ਗੁਰੂ। ਧਰਮਦਾਸ ਜੀ ਉੱਠੇ, ਧਰਮਚੰਦ ਜੀ, ਇਹ ਗੁਰਮੁਖ ਪਿਆਰਿਓ ਦਿੱਲੀ ਦੇ ਰਹਿਣ ਵਾਲੇ ਜੱਟ ਸਿੱਖਾਂ ਚੋਂ ਸੀਗੇ। ਇਹ ਉੱਠ ਕੇ ਆਏ। ਇਹਨਾਂ ਦਾ ਜਨਮ ਹੋਇਆ ਸੀ 1671 ਈਸਵੀ ਨੂੰ ਤੇ 1711 ਈਸਵੀ 'ਚ ਹਜੂਰ ਸਾਹਿਬ ਸਰੀਰ ਛੱਡਿਆ। ਦੋ ਸਿੱਖ ਇਦਾਂ ਦੇ ਹੋਏ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ। ਦਇਆ ਸਿੰਘ ਜੀ ਨੇ 1708 ਈਸਵੀ 'ਚ ਹਜੂਰ ਸਾਹਿਬ ਸਰੀਰ ਛੱਡਿਆ ਸੀ ਤੇ ਧਰਮ ਸਿੰਘ ਨੇ 1711 ਈਸਵੀ ਵਿੱਚ ਉੱਥੇ ਹੀ ਹਜੂਰ ਸਾਹਿਬ ਸਰੀਰ ਛੱਡਿਆ ਸੀ। ਇਹ ਧਰਮਚੰਦ ਜੀ ਆਏ, ਆ ਕੇ ਕਹਿੰਦੇ ਸੱਚੇ ਪਾਤਸ਼ਾਹ ਗਲਤੀ ਮੈਥੋਂ ਵੀ ਹੋ ਗਈ, ਪਹਿਲਾਂ ਨਹੀਂ ਉੱਠਿਆ, ਚਲੋ ਹੁਣ ਕਿਰਪਾ ਕਰ ਦਿਓ, ਮੇਰਾ ਵੀ ਸੀਸ ਹਾਜ਼ਰ ਹੈ। ਇਹਨੂੰ ਵੀ ਬਾਂਹ ਤੋਂ ਫੜਿਆ, ਤੰਬੂ 'ਚ ਲੈ ਗਏ। ਉਸੇ ਤਰ੍ਹਾਂ ਤਲਵਾਰ ਚੱਲਣ ਦੀ ਆਵਾਜ਼ ਆਈ, ਲਹੂ ਭਿੱਜੀ ਤਲਵਾਰ ਲੈ ਕੇ ਫੇਰ ਬਾਹਰ ਆ ਗਏ ਗੁਰੂ। ਕਹਿੰਦੇ ਹਜੇ ਲੋੜ ਹੈ, ਇੱਕ ਸੀਸ ਹੋਰ ਚਾਹੀਦਾ। ਫਿਰ ਤੀਜੇ ਨੰਬਰ ਤੇ ਭਾਈ ਹਿੰਮਤ ਰਾਏ ਜੀ, ਇਹ ਜਿਨ੍ਹਾਂ ਨੂੰ ਹੁਣ ਮਹਿਰੇ ਸਿੱਖ ਕਿਹਾ ਜਾਂਦਾ ਹੈ ਨਾ, ਖਿਮਾ ਕਰਿਓ, ਅੱਗੇ ਕਹਿੰਦੇ ਹੁੰਦੇ ਸੀ ਝਿਉਰ, ਜਿਹੜੇ ਪਾਣੀ ਲੈ ਕੇ ਦੂਰ ਦਰਾਡੇ ਪਹੁੰਚਾਉਂਦੇ ਹੁੰਦੇ। ਇਹ ਮਹਿਰੇ ਸਿੱਖਾਂ ਵਿੱਚੋਂ ਹੋਏ ਨੇ। ਇਹਨਾਂ ਦਾ ਜਨਮ ਜਗਨਨਾਥਪੁਰੀ ਉੜੀਸਾ, ਦੇਖੋ ਕਿੱਥੇ ਆ ਜਗਨਨਾਥ ਗੁਰੂ, ਉੱਥੇ ਇਹਨਾਂ ਦਾ ਜਨਮ ਹੋਇਆ ਸੀ 1665 ਈਸਵੀ ਦੇ ਵਿੱਚ। ਤੇ ਇਹ ਵੀ ਯਾਦ ਰੱਖਿਓ, ਇਹਨਾਂ ਨੇ ਚਮਕੌਰ ਸਾਹਿਬ ਸ਼ਹੀਦੀ ਪਾਈ ਸੀ 1704 ਦੇ ਵਿੱਚ ਬਾਅਦ 'ਚ। ਇਹ ਗੁਰਮੁਖ ਪਿਆਰਿਓ ਹਿੰਮਤ ਰਾਏ ਜੀ ਆਏ ਤੀਜੇ ਨੰਬਰ ਤੇ, ਆ ਕੇ ਕਹਿੰਦੇ ਪਾਤਸ਼ਾਹ ਮੇਰਾ ਵੀ ਸੀਸ ਹਾਜ਼ਰ ਹੈ। ਮਹਾਰਾਜ ਕਹਿੰਦੇ ਆ ਜਾ। ਬਾਂਹ ਤੋਂ ਫੜਿਆ, ਇਹਨੂੰ ਵੀ ਤੰਬੂ 'ਚ ਲੈ ਗਏ। ਉਸੇ ਤਰ੍ਹਾਂ ਤਲਵਾਰ ਚੱਲੀ, ਲਹੂ ਭਿੱਜੀ ਤਲਵਾਰ ਲੈ ਕੇ ਫੇਰ ਆ ਗਏ। ਕਹਿੰਦੇ ਇੱਕ ਸੀਸ ਹੋਰ ਚਾਹੀਦਾ। ਫਿਰ ਚੌਥੇ ਨੰਬਰ ਤੇ ਭਾਈ ਮੋਹਕਮ ਚੰਦ ਜੀ ਆਏ ਗੁਰੂ। ਇਹ ਜਿਹੜੇ ਨਾਮਦੇਵੀਏ ਭਗਤ ਹੈ ਨਾ, ਦਰਜੀ ਵੀਰ, ਜਿਨ੍ਹਾਂ ਨੂੰ ਆਮ ਬੋਲੀ 'ਚ ਮਾਫੀ ਦੇ ਦਿਓ ਸ਼ਿੰਬੇ ਕਿਹਾ ਜਾਂਦਾ ਸੀ, ਉਹਨਾਂ 'ਚ ਹੋਏ ਨੇ ਗੁਰੂ। ਇਹਨਾਂ ਦਾ ਜਨਮ ਦਵਾਰਕਾ ਗੁਜਰਾਤ ਦੇ ਵਿੱਚ 1680 ਈਸਵੀ ਨੂੰ ਹੋਇਆ ਸੀ ਤੇ ਅੰਤਲਾ ਸਮਾਂ ਇਹਨਾਂ ਦਾ ਵੀ ਗੁਰਮੁਖ ਪਿਆਰੇ ਚਮਕੌਰ ਸਾਹਿਬ ਇਹਨਾਂ ਨੇ ਵੀ ਸ਼ਹੀਦੀ ਪਾਈ ਹੈ। ਹੁਣੇ ਮੋਹਕਮ ਚੰਦ ਜੀ ਆਏ, ਆ ਕੇ ਕਹਿੰਦੇ ਪਾਤਸ਼ਾਹ ਮੈਨੂੰ ਵੀ ਪਿੱਛੇ ਨਾ ਛੱਡੋ, ਕਰ ਦਿਓ ਕਿਰਪਾ। ਮਹਾਰਾਜ ਉਸੇ ਤਰ੍ਹਾਂ ਤੰਬੂ 'ਚ ਲੈ ਗਏ। ਫੇਰ ਤਲਵਾਰ ਚੱਲਣ ਦੀ ਆਵਾਜ਼ ਆਈ, ਲਹੂ ਭਿੱਜੀ ਤਲਵਾਰ ਲੈ ਕੇ ਫੇਰ ਬਾਹਰ ਆ ਗਏ। ਤੇ ਬਾਹਰ ਆ ਕੇ ਕਹਿੰਦੇ ਅਜੇ ਇੱਕ ਸੀਸ ਹੋਰ ਚਾਹੀਦਾ। ਫਿਰ ਪੰਜਵੇਂ ਨੰਬਰ ਤੇ ਭਾਈ ਸਾਹਿਬ ਚੰਦ ਜੀ, ਜਿਹੜੇ ਜਿਨ੍ਹਾਂ ਨੂੰ ਹੁਣ ਰਾਜੇ ਸਿੱਖ ਕਹਿੰਦੇ ਹੋ, ਪਹਿਲਾਂ ਕਹਿੰਦੇ ਸੀ ਨਾਈ ਵੀਰ। ਗੁਰਮੁਖ ਪਿਆਰਿਓ ਇਹਨਾਂ 'ਚੋਂ ਹੋਏ ਨੇ। ਸੈਨ ਭਗਤ ਜੀ, ਸੈਨ ਮਹਾਰਾਜ ਜੀ ਹੋਏ ਆ ਨਾ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ। ਕਿੱਡੇ ਕਿੱਡੇ ਭਗਤ ਹੋ ਗਏ, ਪਰ ਆਪਾਂ ਪਿਛੋਕੜ ਭੁੱਲ ਕੇ ਗੁਰਮੁਖ ਪਿਆਰਿਓ ਕੇਸ ਕੱਟਣ 'ਚ ਹੀ ਲੱਗੇ ਰਹਿ ਗਏ। ਆ ਦੇਖੋ ਕਿੰਨਾ ਸਤਿਕਾਰ, ਜੇ ਮੰਨੋਗੇ ਤਾਂ। ਨਾਈ ਪਰਿਵਾਰਾਂ ਵਿੱਚੋਂ ਹੋਏ ਨੇ, ਰਾਜੇ ਸਿੱਖਾਂ 'ਚੋਂ ਭਾਈ ਸਾਹਿਬ ਚੰਦ ਜੀ। ਇਹਨਾਂ ਦਾ ਜਨਮ ਹੋਇਆ ਸੀ ਬਿਦਰ, ਕਰਨਾਟਕ ਦੇ ਵਿੱਚ, ਤੇ ਸ਼ਹੀਦੀ ਇਹਨਾਂ ਨੇ ਵੀ 1704 ਵਿੱਚ ਚਮਕੌਰ ਸਾਹਿਬ ਪਾਈ ਗੁਰੂ। ਹੁਣੇ ਸਾਹਿਬ ਚੰਦ ਜੀ ਆਏ, ਪਾਤਸ਼ਾਹ ਨੇ ਬਾਂਹ ਫੜੀ, ਉਸੇ ਤਰ੍ਹਾਂ ਤੰਬੂ 'ਚ ਲੈ ਗਏ। ਇਹ ਯਾਦ ਰੱਖਿਓ, ਪੰਜੇ ਸਿੱਖਾਂ ਦੇ ਸੀਸ ਮਹਾਰਾਜ ਨੇ ਕੱਟੇ ਤੇ ਕੱਟ ਕੇ ਦੁਬਾਰਾ ਦੂਜੇ ਦਾ ਸੀਸ ਦੂਜੇ ਦੀ ਧੜ ਨਾਲ ਜੋੜਿਆ ਸੀ। ਆਖੋ ਸਤਨਾਮ। ਸੋ ਨਿਹਾਲ ਸਤਿ ਸ੍ਰੀ ਅਕਾਲ। ਕਈ ਕਹਿਣਗੇ ਮਹਾਰਾਜ ਨੇ ਬੱਕਰੇ ਵੱਢੇ, ਹੋਵੇ ਗੁਰੂ ਗੋਬਿੰਦ ਸਿੰਘ ਸਾਰਾ ਸਰਬੰਸ ਪਰਿਵਾਰ ਦੇਸ਼ ਕੌਮ ਲਈ ਵਾਰੇ, ਤੇ ਇੰਨੀ ਕਿ ਗੱਲ ਤੇ ਝੂਠ ਬੋਲਣਗੇ ਕਿਤੇ ਗੁਰਮੁਖ। ਇਹ ਵਹਿਮਾਂ 'ਚ ਨਾ ਪਿਆ ਕਰੋ, ਕੱਚੇ ਪਿੱਲਿਆਂ ਤੇ ਮੰਗਰ ਨਾ ਲੱਗਿਆ ਕਰੋ। ਤੇ ਨਾਲੇ ਬੱਕਰਾ ਇੱਕ ਇਹੋ ਜੀ ਚੀਜ਼ ਹੈ, ਪੰਜ ਲਿਆਂਦੇ ਹੋਣਗੇ, ਕਿਤੇ ਇਕੱਠੇ ਵੱਢਣ ਲਿਓ, ਇੱਕ ਨੂੰ ਵੱਢੋਗੇ ਦੂਜੇ ਜਦੇ ਹੀ ਰੌਲਾ ਪਾ ਦੇਣਗੇ ਗੁਰਮੁਖ। ਫਿਰ ਉੱਥੇ ਕਿਸੇ ਬੱਕਰੇ ਨੇ ਮੈਂ ਕਿਉਂ ਨਾ ਕੀਤੀ ਗੁਰਮੁਖ। ਬਾਕੀ ਸਿਰੇ
ਜੇ ਬੱਕਰੇ ਵੱਢੇ ਸੀ ਫਿਰ ਕੋਈ ਤਾਂ ਲਿਆਏ ਹੂ, ਉਹ ਕਿਉਂ ਨਾ ਮੂਹਰੇ ਹੋਇਆ ਵੀ ਵੱਢਣੇ ਤਾਂ ਬੱਕਰੇ ਹੀ ਆ, ਮੈਂ ਹੀ ਅੱਗੇ ਹੋ ਜਾ। ਇਹ ਐਵੇਂ ਭੁਲੇਖੇ ਪਾਏ ਜਾਂਦੇ ਆ ਗੁਰਮਖੋ। ਗੁਰੂ ਮਹਾਰਾਜ ਦੀ ਤਾਂ ਗੱਲ ਬਹੁਤ ਵੱਡੀ। ਗੁਰੂ ਕੇ ਤਾਂ ਸਪੁੱਤਰਾਂ ਨੇ ਮਰੇ, ਮਿੱਤਰ ਜਿਉਂਦੇ ਕਰਤੇ। ਬਾਬਾ ਅਟੱਲ ਜੀ ਨੇ ਜਾਓ ਅੰਮ੍ਰਿਤਸਰ ਸਾਹਿਬ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਉਹਨਾਂ ਦਾ ਜਨਮ ਆਪਣੇ ਮਾਲਵੇ 'ਚ ਹੋਇਆ, ਡਰੌਲੀ ਭਾਈ ਕੀ ਗੁਰਮੁਖੀ। ਉਹਨਾਂ ਨੇ ਵੀ ਮਰੀ ਹੋਈ ਗਊ ਜਿਉਂਦੀ ਕਰਤੀ ਸੀ। ਨਾਮਦੇਵ ਜੀ ਮਹਾਰਾਜ ਵੇਲੇ ਰੱਬ ਨੇ ਮਰੀ ਹੋਈ ਗਊ ਜਿਉਂਦੀ ਕੀਤੀ। ਬਹੁਤ ਵੱਡਾ ਇਤਿਹਾਸ ਹੈ, ਭੁਲੇਖਿਆਂ 'ਚ ਨਹੀਂ ਪੈਣਾ। ਸਤਿਗੁਰ ਨੇ 5 ਸਿੱਖਾਂ ਦੇ ਸੀਸ ਕੱਟੇ, ਇੱਕ ਦੂਜੇ ਦੀ ਧੜ ਨਾਲ ਬਦਲ ਕੇ ਜੋੜੇ ਗੁਰਮੁਖ। ਤੇ ਫਿਰ ਅਗਲੇ ਦਿਨ ਸਤਲੁਜ ਤੋਂ ਜਲ ਮੰਗਵਾਇਆ, ਇੱਕੋ ਜਿਹਾ ਪੁਸ਼ਾਕਾ ਪੰਜਾਂ ਨੂੰ ਪਹਿਨਾਇਆ ਤੇ ਸਤਿਗੁਰੂ ਆਪ ਜਥੇਦਾਰ ਦੇ ਤੌਰ ਤੇ ਲੱਗੇ। ਹੁਣ ਵੀ 5 ਸਿੰਘ ਹੁੰਦੇ ਆ, 6ਵਾਂ ਜਥੇਦਾਰ ਗ੍ਰੰਥੀ ਸਿੰਘ ਜਿਹੜਾ ਤਾਬਿਆ ਬੈਠਦਾ ਹੈ। ਗੁਰਮੁਖ ਪਿਆਰਿਓ, ਪਹਿਲਾਂ ਜਪਜੀ ਸਾਹਿਬ ਪੜ੍ਹਿਆ, ਪੰਜਾਂ ਦਾ ਧਿਆਨ ਉਸ ਬਾਟੇ 'ਚ ਹੈ। ਤੇ ਤੁਹਾਨੂੰ ਵੀ ਬੇਨਤੀ ਹੈ, ਕਈ ਕਹਿਣਗੇ ਬੱਚਾ ਰੋਂਦਾ ਰਹਿੰਦਾ ਹੈ, ਇਹ ਡਰ ਡਰ ਉੱਠਦਾ ਹੈ। ਜਪਜੀ ਸਾਹਿਬ ਦਾ ਪਾਠ ਜਾਂ ਚੌਪਈ ਸਾਹਿਬ ਦਾ ਪਾਠ ਕੋਲੇ ਜਲ ਰੱਖ ਕੇ ਨਾ, ਨਿਗਾਹ ਜਲ 'ਚ ਹੋਵੇ, ਪਾਠ ਕਰਕੇ ਆਪ ਹੀ ਜਲ ਛਕਾ ਦਿਆ ਕਰੋ, ਜਦੀ ਠੀਕ ਹੋ ਜਾਂਦਾ ਗੁਰਮੁਖੋ। ਜਿਹੜਾ ਜਲ ਹੈ ਨਾ, ਪਾਣੀ ਹੈ, ਇਹ ਗੁਰਬਾਣੀ ਦੇ ਅਸਰ ਨੂੰ ਸਭ ਤੋਂ ਛੇਤੀ ਤੇ ਪਹਿਲਾਂ ਕਬੂਲਦਾ ਗੁਰੂ। ਤੇ ਮਹਾਰਾਜ ਨੇ ਵੀ ਸਤਲੁਜ ਦਾ ਜਲ ਮੰਗਵਾ ਕੇ ਬਾਟੇ 'ਚ ਪਾਇਆ। ਪੰਜਾਂ ਦਾ ਧਿਆਨ, ਨਿਗਾਹ ਉਸ ਜਲ ਵਿੱਚ ਹੈ, ਪਾਣੀ ਵਿੱਚ ਹੈ। ਪੜ੍ਹਦੇ ਨੇ ਬਾਣੀ। ਤੇ ਗੁਰਮੁਖ ਪਿਆਰਿਓ, ਜਪਜੀ ਸਾਹਿਬ ਦਾ ਪਾਠ ਕੀਤਾ, ਜਾਪ ਸਾਹਿਬ ਦਾ ਪਾਠ ਕੀਤਾ, ਚੌਪਈ ਸਾਹਿਬ ਪੜ੍ਹਿਆ, ਸਵਈਏ ਸਾਹਿਬ ਪੜ੍ਹੇ, ਫਿਰ ਆਨੰਦ ਸਾਹਿਬ ਦਾ ਪਾਠ ਕੀਤਾ। ਇਹ 5 ਬਾਣੀਆਂ ਅੰਮ੍ਰਿਤ ਬਾਣੀਆਂ। ਤਾਂ ਹੀ ਕਿਹਾ ਗੁਰਸਿੱਖਾ 5 ਬਾਣੀਆਂ ਰੋਜ਼ ਪੜ੍ਹਿਆ ਕਰ, ਸਮਝ ਲਾ ਤੇਰੇ ਅੰਦਰ ਰੋਜ਼ ਹੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ 5 ਬਾਣੀਆਂ ਦਾ ਪਾਠ ਕੀਤਾ ਗੁਰਮੁਖੋ, ਅਰਦਾਸ ਕੀਤੀ। ਫਿਰ ਸੱਚੇ ਪਾਤਸ਼ਾਹ ਨੇ ਮਰਿਆਦਾ ਅਨੁਸਾਰ ਪੰਜਾਂ ਨੂੰ ਅੰਮ੍ਰਿਤ ਛਕਾਉਣਾ ਸੀ। ਇੰਨੇ ਨੂੰ ਇੱਕ ਚਿੜੀ ਆਈ, ਕਿਤੇ ਬਾਟੇ 'ਚੋਂ ਨਾ ਬੂੰਦਾਂ ਕੁਛ ਡੁੱਲ ਗਈਆਂ ਗੁਰੂ, ਚੁੰਝ ਭਰ ਕੇ ਉੱਡ ਗਈ। ਕਿਉਂਕਿ ਸਾਰੇ ਸ਼ਾਂਤੀ ਦਾ ਮਾਹੌਲ ਸੀ, ਕੋਈ ਹਲਦਾ ਨਹੀਂ ਸੀ, ਆਪਣੇ ਵਾਲਾ ਕੰਮ ਨਹੀਂ ਸੀ। ਬੈਠੇ ਹੁੰਨੇ ਆ ਸੰਗਤ ਵਿੱਚ, ਧਿਆਨ ਹੁੰਦਾ ਵੀ ਫਲਾਣਾ ਕਿੱਧਰ ਝਾਕੀ ਜਾਂਦਾ, ਉਹਦੇ ਕਿੱਦਾਂ ਦਾ ਸੌਲ ਹੈ, ਉਹਦੇ ਪੈਂਟ ਕਿਹੇ ਜੀ ਪਾਈ ਹੈ। ਇਹ ਕੰਮ ਨਹੀਂ ਸੀ ਤੇ ਨਾ ਹੀ ਇੱਥੇ ਕਰਿਆ ਕਰੋ ਗੁਰੂ। ਇੱਥੇ ਤਾਂ ਸਾਵਧਾਨ, ਇਕਾਗਰ ਚੀਤ, ਬੜੇ ਧਿਆਨ ਨਾਲ, ਐ ਪਤਾ ਹੀ ਨਾ ਲੱਗੇ ਵੀ ਬੰਦਾ ਬੈਠਾ ਹੈ, ਬੁੱਤ ਵਾਂਗੂ ਲੱਗੇ ਗੁਰੂ। ਧਿਆਨ ਗੁਰੂ ਸ਼ਬਦ ਵੱਲ, ਸ਼ਾਂਤੀ ਦਾ ਮਾਹੌਲ। ਚਿੜੀ ਆਈ, ਚੁੰਝ ਭਰ ਕੇ ਉਸ ਡੁੱਲੇ ਹੋਏ ਅੰਮ੍ਰਿਤ ਦੀ ਜਦੋਂ ਪੀਤੀ, ਬਾਜ ਆਇਆ ਵੀ ਇਹ ਗੁਰੂ ਮਹਾਰਾਜ ਦੇ ਕੋਲੇ ਚਿੜੀ। ਬਾਜ ਲੱਗਿਆ ਉਹਨੂੰ ਰੋਕਣ, ਤੇ ਚਿੜੀ ਨੇ ਤਾਂ ਬਾਜ ਨਾਲ ਹੀ ਯੁੱਧ ਸ਼ੁਰੂ ਕਰਤਾ ਗੁਰੂ। ਪਾੜਤਾ ਬਾਜ ਵਿਚਾਲੋਂ। ਤੇ ਮਹਾਰਾਜ ਨੇ ਦੇਖਿਆ ਜਦੋਂ ਖੜਕਾ ਹੋਇਆ ਨਾ ਖੰਭਾਂ ਦਾ, ਨਿਗਾਹ ਅੱਖਾਂ ਖੋਲ ਕੇ ਦੇਖਿਆ ਤੇ ਹੱਸ ਪਏ ਪਾਤਸ਼ਾਹ। ਇੰਨੇ ਨੂੰ ਮਾਤਾ ਜੀਤੋ ਜੀ ਆਏ, ਪਤਾਸਿਆਂ ਦੀ ਝੋਲੀ ਭਰੀ ਆਉਂਦੇ ਸੀ। ਇਸ਼ਾਰਾ ਮਹਾਰਾਜ ਨੇ ਕੀਤਾ ਤੇ ਤਿਆਰ ਹੋ ਰਹੇ ਅੰਮ੍ਰਿਤ ਵਿੱਚ ਪਤਾਸੇ ਪਾਤੇ ਸੀ। ਮਾਤਾ ਜੀਤੋ ਜੀ ਨੇ ਪਾਏ ਸੀ ਗੁਰੂ। ਅੰਮ੍ਰਿਤ ਤਿਆਰ ਹੋ ਗਿਆ, ਉਦੋਂ ਤਾਂ ਨਹੀਂ ਬੋਲੇ। ਪੰਜਾਂ ਸਿੰਘਾਂ ਨੂੰ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੀਤੋ ਜੀ ਮੇਰੀ ਧਰਮ ਪਤਨੀ ਹੈ, ਆਹ ਬੜਾ ਪਰਉਪਕਾਰ ਦਾ ਕੰਮ ਕੀਤਾ ਹੈ। ਜਿਹੜੀ ਚੀਜ਼ ਅੱਜ ਤਿਆਰ ਕੀਤੀ ਇੰਨੀ ਤਕੜੀ ਹੋ ਗਈ ਸੀ, ਜੇ ਕਿਤੇ ਮਾੜਾ ਮੋਟਾ ਰੌਲਾ ਪੈ ਜਾਂਦਾ ਸਿੱਖਾਂ ਨੇ ਆਪਸ ਵਿੱਚ ਹੀ ਵੱਡ ਮਰ ਜਾਣਾ ਸੀ। ਇਹ ਤਾਂ ਦੇਖ, ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਵੇਖ ਬਾਜ ਨਹੀਂ ਲੜੀ ਜਾਂਦੀਆਂ। ਇੱਕ ਚੁੰਝ ਭਰੀ ਹੈ, ਉਹ ਸੰਗ ਤੱਕ ਵੀ ਗਈ ਨਹੀਂ ਹੋਣੀ ਤੇ ਚਿੜੀ ਨੇ ਬਾਜ ਨੂੰ ਮਾਰਨਾ ਸ਼ੁਰੂ ਕਰਤਾ। ਇਹ ਸਿੱਖ ਕਿਤੇ ਦਬਣ ਵਾਲੇ ਸੀ ਗੁਰਮੁਖੋ। ਡਰਿਆ ਨਾ ਕਰੋ। ਜਿਹੜਾ ਸਿੰਘ ਬਣਾਇਆ ਨਾ ਮਹਾਰਾਜ ਨੇ, ਸਿੰਘ ਨਾਮ ਹੈ ਸ਼ੇਰ ਦਾ। ਇੱਥੇ ਤੁਹਾਡੇ ਨਗਰ ਵਿੱਚ ਸੂਰੀ ਵਿਰਦੀ ਹੋਵੇ, 15-18 ਬੱਚੇ ਹੋਣਗੇ, ਮਗਰ ਕੋਈ ਡਰਦਾ ਗੁਰਮੁਖੋ ਤੋਂ? ਸਗੋਂ ਜਿਹਦਾ ਦਾ ਲੱਗ ਜੇ ਅਗਲਾ ਕਹਿੰਦਾ ਲਿਆਓ ਵੱਢ ਕੇ ਬਣਾਈਏ ਆਪਾਂ, ਕੋਈ ਨਹੀਂ ਡਰਦਾ। ਨਾਲੇ ਕਿੰਨੇ ਕਿੰਨੇ ਬੱਚੇ ਹੁੰਦੇ ਆ। ਤੇ ਜੇ ਕਿਤੇ ਆ ਜੇ ਸ਼ੇਰ, ਪਤਾ ਲੱਗ ਜੇ ਵੀ ਸੁਖਾਨੰਦ ਪਿੰਡ 'ਚ ਸ਼ੇਰ ਆ ਗਿਆ, ਭਗਤੇ ਭਾਈ ਕੀ ਵਾਲੇ ਵੀ ਦਰਵਾਜ਼ੇ ਭੇੜ ਲੈਣਗੇ ਵੀ ਕਿਤੇ ਇੱਧਰ ਨਾ ਆ ਜੇ। ਐਡੀ ਤਾਕਤ ਦਿੱਤੀ ਸਿੰਘਾਂ ਨੂੰ, ਪਰ ਆਪਾਂ ਹੀ ਚੁੱਪ ਰਹਿ ਗਏ। ਆਖੋ ਸਤਨਾਮ।
ਵਾਹਿਗੁਰੂ। ਅਸੀਂ ਉਹ ਬਾਣੀ ਬਾਣੇ ਨੂੰ ਸੰਭਿਆ ਨਾ, ਜਿਨ੍ਹਾਂ ਨੇ ਸੰਭਿਆ ਗੁਰਮੁਖ ਉਹਨਾਂ ਨੂੰ ਤਾਂ ਦੁਨੀਆ ਦੇਖਣ ਤੋਂ ਡਰਦੀ ਹੈ, ਭੈ ਆਉਂਦਾ ਹੈ। ਹੁਣ ਖਿਆਲ ਕਰਨਾ ਗੱਲ ਹੋਰ ਪਾਸੇ ਨਾ ਚਲੀ ਜਾਵੇ, ਬਾਕੀ ਆਪਣੇ ਕੋਲੇ ਸਮਾਂ ਵੀ ਥੋੜਾ ਹੈ। ਪਿਆਰਿਓ, ਮਹਾਰਾਜ ਕਹਿੰਦੇ ਜੀਤੋ ਜੀ ਜਿਹੜੇ ਪਤਾਸੇ ਤੁਸੀਂ ਪਾਤੇ, ਇਹ ਖਾਲਸਾ ਪੰਥ ਵਿੱਚ ਪ੍ਰੇਮ ਪਿਆਰ ਵੀ ਬਣਿਆ ਰਹੂਗਾ, ਨਿਮਰਤਾ ਮਿਠਾਸ ਰਹੇਗੀ। ਪੰਜਾਂ ਨੂੰ ਅੰਮ੍ਰਿਤ ਛਕਾਇਆ, ਮਰਿਆਦਾ ਦੱਸੀ, ਸਿਰ 'ਚ ਵੀ ਅੰਮ੍ਰਿਤ ਪਾਇਆ, ਨੇਤਰਾਂ 'ਚ ਪਾਇਆ, ਮੁਖ 'ਚ ਵੀ ਅੰਮ੍ਰਿਤ ਪਾਇਆ ਗੁਰਮੁਖ ਪਿਆਰਿਓ। ਤੇ ਦੱਸਿਆ ਵੀ ਹਰ ਸਿੱਖ ਨੇ ਲੜਕਾ ਜੰਮੇ ਤੇ ਨਾਮ ਮੰਗਰ ਕੌਰ ਲਾਉਣਾ ਹੈ, ਸਿੰਘ ਸ਼ਬਦ ਲਾਉਣਾ ਹੈ। ਮੁੰਡੇ ਦੇ ਨਾਮ ਮੰਗਰ ਸਿੰਘ ਸ਼ਬਦ ਲਾਉਣਾ ਹੈ, ਤੇ ਜੇ ਲੜਕੀ ਜੰਮੇ ਤਾਂ ਨਾਮ ਮੰਗਰ ਕੌਰ ਸ਼ਬਦ ਜ਼ਰੂਰ ਲਾਉਣਾ ਹੈ। ਕੌਰ ਸ਼ਬਦ ਹੈ ਨਾ ਜਿਹੜਾ ਭਾਈ ਬੀਬੀਓ, ਇਹ ਵੀ ਅੱਗੇ ਰਾਜਿਆਂ ਦੇ ਪੁੱਤ ਹੁੰਦੇ। ਜਿਹੜਾ ਪਿਆਰਾ ਪੁੱਤ ਹੁੰਦਾ ਉਹਨੂੰ ਕਹਿੰਦੇ ਫਲਾਣਾ ਕੋਇਰ। ਮਹਾਰਾਜ ਕਹਿੰਦੇ ਧੀਆਂ ਵੀ ਮੇਰੀਆਂ ਪਿਆਰੇ ਪੁੱਤ ਨੇ, ਤੇ ਥੋਥੋਂ ਤਾਂ ਸੀਸ ਵੀ ਨਹੀਂ ਮੰਗਿਆ। ਪੰਜਾਂ ਤੋਂ ਤਾਂ ਪਹਿਲਾਂ 5 ਸੀਸ ਲਏ ਨਾ, ਫੇਰ ਅੰਮ੍ਰਿਤ ਦਿੱਤਾ। ਤੁਹਾਡੇ ਤੋਂ ਤਾਂ ਸੀਸ ਵੀ ਨਹੀਂ ਮੰਗਿਆ, ਤਾਂ ਵੀ ਅੰਮ੍ਰਿਤ ਬਰਾਬਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਘਾਟ ਨਹੀਂ ਰੱਖੀ ਗੁਰਮੁਖੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਸਿੰਘਾਂ ਨੂੰ ਕਹਿੰਦੇ ਭਾਈ ਜਿਵੇਂ ਤੁਸੀਂ ਧਰਮ ਚੰਦ ਤੋਂ ਧਰਮ ਸਿੰਘ, ਦਇਆ ਰਾਮ ਤੋਂ ਦਇਆ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣੇ ਹੋ, ਮੇਰੇ ਤੇ ਵੀ ਕਿਰਪਾ ਕਰ ਦਿਓ, ਕਿਤੇ ਮੈਂ ਗੋਬਿੰਦ ਰਾਏ ਹੀ ਨਾ ਰਹਿ ਜਾ, ਗੋਬਿੰਦ ਦਾਸ ਹੀ ਨਾ ਰਹਿ ਜਾ, ਕਿਤੇ ਮੈਨੂੰ ਵੀ ਗੋਬਿੰਦ ਸਿੰਘ ਬਣਾ ਦਿਓ, ਕਿਰਪਾ ਕਰੋ, ਅੰਮ੍ਰਿਤ ਦੀ ਦਾਤ ਦਿਓ। ਦੇਖੋ ਪਾਤਸ਼ਾਹ ਨੇ ਵੀ ਮੰਗ ਕੇ ਲਈ, ਤੇ ਤੁਹਾਨੂੰ ਬੇਨਤੀਆਂ ਕਰਦੇ ਰਹਿੰਦੇ ਆ। ਹੁਣ ਤੱਕ ਕਾਰ ਵੀ ਫ੍ਰੀ ਦਿੱਤੇ ਜਾਂਦੇ ਆ। ਜੇ ਹਜੇ ਵੀ ਆਪਾਂ ਗੁਰੂ ਵਾਲੇ ਨਹੀਂ ਬਣਦੇ ਫਿਰ ਸਾਡੀ ਮਾੜੀ ਗੱਲ ਹੈ ਗੁਰੂ। ਇਹ ਐਡੀ ਕੀਮਤ ਸੀ, ਪੰਜਾਂ ਨੇ ਸੀਸ ਦਿੱਤੇ ਹੈ ਨਾ। ਤੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਮੰਗਿਆ ਵੀ ਮੈਨੂੰ ਵੀ ਭਾਈ ਅੰਮ੍ਰਿਤ ਛਕਾ ਦਿਓ, ਪਿਆਰੇ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਪਹਿਲਾਂ ਤੁਸੀਂ ਸਾਡੇ ਤੋਂ 5 ਸੀਸ ਲਏ, ਫੇਰ ਅੰਮ੍ਰਿਤ ਦਿੱਤਾ ਹੈ, ਤੁਸੀਂ ਦੱਸੋ ਕੀ ਦਿਓਗੇ? ਅੰਮ੍ਰਿਤ ਮੰਗਦੇ ਹੋ, ਦੇ ਦਿੰਨੇ ਆ। ਮਹਾਰਾਜ ਦੇ ਨੇਤਰ ਬੰਦ ਹੋ ਗਏ। ਗੁਰੂ ਪਾਤਸ਼ਾਹ ਕਹਿੰਦੇ ਰਹੇ, ਕਹਿੰਦੇ ਜੇ ਪ੍ਰਵਾਨ ਕਰੋ, ਜਿਵੇਂ ਤੁਸੀਂ ਆਪਣੇ ਸੀਸ ਭੇਟਾ ਕੀਤੇ ਐ, ਮੈਂ ਵੀ ਆਪਣਾ ਸੀਸ ਭੇਟ ਕਰ ਦਿੰਨਾ। ਨਾਲ ਹੀ ਧਰਮ ਸਿੰਘ ਬੋਲ ਪਏ, ਕਹਿੰਦੇ ਸੱਚੇ ਪਾਤਸ਼ਾਹ ਗੱਲ ਨਹੀਂ ਬਣੀ। ਦਿਹਾੜੀਦਾਰ ਬੰਦਾ ਵੀ 100 ਰੁਪਇਆ ਦੇਵੇ, ਤੇ ਪਿੰਡ ਦਾ ਸਰਪੰਚ ਵੀ, ਚੌਧਰੀ ਵੀ 100 ਹੀ ਦੇਵੇ, ਫਰਕ ਕੀ ਹੋਇਆ? ਤੁਸੀਂ ਤਾਂ ਆਗੂ ਹੋ, ਤੁਹਾਨੂੰ ਤਾਂ ਕੁਝ ਵੱਧ ਦੇਣਾ ਚਾਹੀਦਾ। ਜਦੋਂ ਆਹ ਗੱਲ ਕਹੀ, ਸੱਚੇ ਪਾਤਸ਼ਾਹ ਦੇ ਨੇਤਰ ਹੋ ਗਏ ਬੰਦ। ਕੁਝ ਸਮਾਂ ਸੋਚਦੇ ਰਹੇ, ਫਿਰ ਹੱਥ ਜੋੜ ਕੇ ਕਿਹਾ ਸੀ, ਗੁਰੂ ਪਿਆਰੇ ਖਾਲਸਾ ਜੀ ਕਿਰਪਾ ਕਰੋ, ਜਿਵੇਂ ਤੁਸੀਂ ਆਪਣੇ ਸੀਸ ਭੇਟਾ ਕੀਤੇ ਐ, ਮੈਨੂੰ ਵੀ ਅੰਮ੍ਰਿਤ ਜ਼ਰੂਰ ਛਕਾ ਦਿਓ। ਜੇ ਪ੍ਰਵਾਨ ਕਰੋ, ਇੱਕ ਸੀਸ ਤਾਂ ਆਪਣੇ ਪਿਤਾ ਦਾ ਮੈਂ ਬਚਪਨ ਵਿੱਚ ਹੀ ਦੇ ਚੁੱਕਿਆ, ਅੱਗੇ ਜਿਵੇਂ ਵੀ ਲੋੜ ਪਊਗੀ ਮੈਂ ਤਾਂ ਆਪਣਾ ਸਾਰਾ ਸਰਬੰਸ ਦੇਸ਼ ਕੌਮ ਦੇ ਲੇਖੇ ਲਾ ਦੂੰ, ਪਰ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਬੜੇ ਚਾਅ ਨਾਲ ਫਿਰ ਉੱਚੀ ਉੱਚੀ ਪੜਿਆ ਸੀ, ਵਾਹ ਪ੍ਰਗਟਿਓ ਮਰਦ ਅਗੰਮੜਾ। ਕਹਿੰਦੇ ਆ ਹੈ ਮਰਦ ਸੱਚਾ, ਵਾਹ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ, ਪ੍ਰਗਟਿਓ ਮਰਦ ਅਗੰਮੜਾ, ਵਾਹ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹੋ ਵਾਹੋ ਗੋਬਿੰਦ ਸਿੰਘ
ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ। ਸੰਗਤਾਂ ਨੇ ਵਾਹੋ ਵਾਹੋ ਗੋਬਿੰਦ ਸਿੰਘ ਪੜ੍ਹਿਆ ਤੇ ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨਾਲ ਵਚਨ ਕਰ ਲਿਆ। कहते पिता कटवा के जैसे खून की खिलाई होली वैसे होली बेटों के खून से खिलाऊंगा। सेहरे कुर्बानियों के बांध कर कर संग मौत की घोड़ी बेटे अपने बैठाऊंगा। दो चमकौर में कटाऊंगा कटारों संग, दो सरहंद की दीवारों में चनाऊंगा। पिता का ना प्यार होगा बेटों का ना हार होगा, माता का ना प्यार होगा बेटों का ना हार होगा। छाड़ के पलंग सहजा कांटों की बसाऊंगा। सुखों के समेत सरवंश सब भेंट किया। अब तो पिला दो पाहुल सेवक कहलाऊंगा। सारियां कुर्बानियां करके भी मैं अपने आप नूं पंथ दा एक छोटा जा सेवादार समझांगा। तां मिलिया सी अमृत। जदों आग्या मिल गई भी ठीक है जी आ जाओ, फिर महाराज कहंदे भाई तुसी तां आए सी कल्ले कल्ले, तुहाडे परिवार नहीं सी आए, मेरा तां परिवार इत्थे है। फिर माता गुजर कौर जी जिन्हों पहला माता गुजरी कहा जाता सी, उन्होंने भी बुलाया ते माता सुंदरी जी माता जीतो जी इन्हों भी बुलाया ते चारे साहिबजादियां नूं बुलाया। महाराज ने परिवार समेत ही फिर अमृत छकिया गुरमुख। फिर बने सी गोविंद राये तो गोविंद सिंह गुरमुख। अपना आप तो उत्थे ही मिटाता सी, उदों ही कहता सी भी अज तो साडा शरीर गुरु पंथ विच है। ये पंज प्यारे जो कहणगे आपां मनना है। इस तरह गुरमुख प्यारिओ खालसा साजिया सी, पर समा जिन्ना मैनूं दिता गया सी इजाजत नहीं दिंदा। मैं इत्थे ही आप जी तो माफ़ी मंगदा। कदे फिर मालिक ने किरपा कीती, खुला समा मिलिया ते विचारां खोल के करांगे। पर बेनती है जिहड़ी खालसा साजना दिवस दीआं सारियां संगतां नूं साडे वल्लों लख लख वधाईआं। भावें कोई इत्थे बैठ के संगत विच सुन रहा है, कोई घरां च बह के सुन रहा है। प्रोग्राम देशां विदेशां विच संगतां सुणदियां गुरमुखो, कि अजकल इंटरनेट का जमाना है, यूट्यूब के उत्ते प्रोग्राम आउणा है, चलदा रहिंदा है। जिथे भी कोई सुन रहा सारियां नूं खालसे पंथ दियां खालसे दे जन्म दिहाड़े दियां लख लख वधाइयां। परमात्मा किरपा करे सब दे घरां विच गुरसिੱਖੀ आवे। अमृत एक ऐसी चीज़ है, इनू कोई भी लै सकदा है गुरु, पर मर्यादा है केस दाड़ियां रखने पैने हैं। गुरबाणी भी फिर जरूर पढ़िया करो। हाँ वखरी गल है कोई नहीं पढ़ सकता, अनपढ़ है, पंज बाणियां नहीं पढ़ सकता, वाहिगुरू वाहिगुरू दा जाप कर लिया करो पाया। ते बाकी एक होर भी भुलेखा कढ़दियां अगे उड़ीकदे रहिंदे कई बीबियां जा भाई, चलो मैं एक दा पक्ष नहीं लैंदा, एक जाना माड़ी संगत विच पिया होया है, कोई नशियां च फसिया जां होर गलत कर्मां च फसिया, दूजा कहंदा भी जे मैं अमृत छक लिया मैनू पाप लगू। ये भुल जा करो गुरु। जदों महाराज ने अमृत छकाया है उदों फिर दया सिंह वर्गियां दा किहड़ा परिवार नाल सी, कल्ले कल्ले नूं छकाया सी। हाँ जिहड़े छक सकदे हो परिवार समेत छक लो। जे कोई एक मनदा ही नहीं उहदे मंगर लग के दूजे किते बेगुरे ही ना रह जिओ। ये तां गुरमुख प्यारिओ जिहदे ते महाराज दी किरपा हुंदी है ये दात उहनूं मिलदी है, हरेक दे वस नहीं। जिहड़े कहने आ ना आपां भी ये क्यों लोग सिੱਖੀ तो पासा करके सौखा जा काम भालदे, ਉਹਦਾ ਕਾਰਨ ਇਹ ਹੈ ਇਹ ਮਹਿੰਗੀ ਚੀਜ਼ ਹੈ। सस्ते कपड़े तो हरेक पाई फिरदा, महंगे हरेक थोड़ी पालू गुरमुखो। सस्तियां घड़ियां सब कोले, महंगी हरेक नहीं रख सकता। साइकिल तो हरेक खरीद लैंदा है। जे हुण अगला कहे मैं रेंज रोवर गड्डी खरीदनी है, हरेक दे वस की गल थोड़ी है। चलो तो संसारी चीज़ां लै लैंदे आ किवें ना किवें, पर अमृत गुरु का इनू तो देवी देवते भी खोजते रहे। आ बाबा जी पढ़ रहे सी जदों असीं आए आ, सुर नर मुन जन अमृत खोजदे, वो खोजते रह गए, पर अपने ते कृपा कर गए मालिक सो अमृत गुर ते पाया। गुरु साहब ने वो अमृत की दात आपां नूं बख्शिश कीती है। सो आओ सारी संगत दा धन्नवाद। 2 मिनट आपां सिमरन की हाज़री लावांगे, क्योंकि पहला आनंद साहब बाबा जी ने पढ़ दिता है, तो उदों बाद आप अरदास करांगे। नेत्र बंद करके दोवें हाथ जोड़ के बैठो सारी संगत। अज खालसे दा प्रकाश दिहाड़ा है, प्रेम अदब सत्कार नाल लाइए हाज़री। वाहिगुरू 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 वाहिगुरू। सारे जपो, कोई वांझा ना रवे। वाहिगुरू 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 वाहिगुरू
ਵਾਹਿਗੁਰੂ 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 ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਸਾਰੀ ਸੰਗਤ ਦਾ ਧੰਨਵਾਦ। ਸਾਡੇ ਵੱਲੋਂ ਵਿਚਾਰਾਂ ਕਰਦੇ ਹਾਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਮੈਂ ਸੰਗਤ ਤੋਂ ਮਾਫੀ ਮੰਗਦਾ ਕਿਉਂਕਿ ਪਹਿਲੀ ਵਾਰ ਆਪ ਜੀ ਦੇ ਦਰਸ਼ਨ ਕਰਨ ਦਾ ਇਸ ਨਗਰ ਵਿੱਚ ਸਮਾਂ ਮਿਲਿਆ। ਦਾਸ ਦਾ ਨਗਰ ਪਿੰਡ ਵਾਲਿਆਂ ਵਾਲੀ ਬਠਿੰਡੇ ਜ਼ਿਲ੍ਹੇ 'ਚ। ਸੋ ਜਦੋਂ ਰਾਮਪੁਰੇ ਤੋਂ ਮੌੜ ਮੰਡੀ ਨੂੰ ਜਾਂਦੇ ਆ ਨਾ ਦਮਦਮਾ ਸਾਹਿਬ ਵਾਲਾ ਰੋਡ, ਉਸ ਰੋਡ ਦੇ ਉੱਤੇ ਢੱਡਿਆਂ ਤੋਂ ਅੱਗੇ ਜਾ ਕੇ ਰੋਡ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਮਹਾਰਾਜ ਨੇ ਬਖਸ਼ੀ ਹੈ, ਜਿੱਥੇ ਆ ਤੁਹਾਡੇ ਸੰਗਤ ਦੇ ਤਿਲਫੁਲ ਸਹਿਯੋਗ ਦੇ ਨਾਲ 24 ਘੰਟੇ ਲੰਗਰ ਦੀ ਸੇਵਾ ਹੈ। ਬਾਕੀ ਬੇਸਹਾਰਾ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ ਉੱਥੇ ਕਮਰੇ ਬਣ ਰਹੇ ਆ। ਕੋਈ ਵੀ ਹੋਵੇ ਇਦਾਂ ਦਾ ਲੋੜਵੰਦ ਤਾਂ ਫੋਨ ਨੰਬਰ ਵਗੈਰਾ ਲੈ ਕੇ ਸੰਪਰਕ ਕਰ ਲਿਓ, ਜਦੋਂ ਮਰਜ਼ੀ ਆ ਕੇ ਰਹਿ ਸਕਦੇ ਹੋ ਗੁਰਮੁਖੋ। ਸੋ ਇਹ ਸੇਵਾਵਾਂ ਉੱਥੇ ਚੱਲ ਰਹੀਆਂ, ਮਹਾਰਾਜ ਦਾਸ ਤੋਂ ਸੇਵਾ ਸੰਗਤ ਦੇ ਸਹਿਯੋਗ ਨਾਲ ਲੈ ਰਹੇ ਨੇ। ਸੋ ਸਾਰੀ ਸੰਗਤ ਦਾ ਧੰਨਵਾਦ। ਮੇਰੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਬਲਾਓ ਫਤਿਹ ਪਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।